ਜਦੋਂ ਕਿ ਐਲਾਨ ਕੀਤਾ ਗਿਆ ਕਿ ਅਸੀਂ ਮੁਸਲਮਾਨਾਂ ਲਈ ਜਿੱਥੇ-ਜਿੱਥੇ ਉਹ ਮੈਜੋਰਿਟੀ 'ਚ ਹੈ, ਉਹਨਾਂ ਨੂੰ ਅਲੱਗ ਕਰਕੇ ਮੁਸਲਮਾਨਾਂ ਦੇ ਮੁਲਕ ਬਣਾਤੇ ਜਾਣ। ਜੀ ਉਹ ਮੁਸਲਮਾਨਾਂ ਦੇ ਮੁਲਕ ਦਾ ਇੱਕ ਜੈਨੇਰਿਕ ਨਾਮ, ਇੱਕ ਕਾਮਨ ਨਾਮ ਉਦੋਂ ਮਸ਼ਹੂਰ ਹੋ ਗਿਆ ਪਾਕਿਸਤਾਨ। ਜੀ ਸੈਪਰੇਟ ਇਲੈਕਟਡ ਯਾਨੀ ਕਿ ਮੁਸਲਮਾਨ ਨੂੰ ਇਲੈਕਟ ਕਰਨ, ਜੀ ਔਰ ਵੇਟੇਜ ਕਿ ਜਿੰਨੀ ਇਹਨਾਂ ਦੀ ਪਰਸੈਂਟੇਜ ਹੈ ਪੋਪੂਲੇਸ਼ਨ ਦੀ ਉਸ ਤੋਂ ਜ਼ਿਆਦਾ ਸੀਟਾਂ ਵੀ ਦਿਓ। ਪੰਜਾਬ ਵਿੱਚ ਸਿੱਖਾਂ ਨੂੰ ਅਲੱਗ ਕਰਤਾ ਬਾਕੀਆਂ ਤੋਂ, ਜੀ ਹਿੰਦੁਸਤਾਨ ਵਿੱਚ ਮੁਸਲਮਾਨਾਂ ਨੂੰ ਅਲੱਗ ਕਰਤਾ ਬਾਕੀਆਂ ਤੋਂ। ਜੀ ਇਹ ਪਾਲਿਸੀ ਫਿਰ ਰਹੀ ਸੀ ਔਰ ਆਲ ਇੰਡੀਆ ਮੁਸਲਿਮ ਲੀਗ ਦੀ ਬੁਨਿਆਦ ਰੱਖੀ ਗਈ। ਜੀ ਲਿਹਾਜ਼ਾ ਇਹ ਪਾਰਟੀ ਸ਼ੁਰੂ ਤੋਂ ਸਿਰਫ ਮੁਸਲਮਾਨਾਂ ਦੇ ਇੰਟਰਸਟ ਲਈ ਕੰਮ ਕਰਦੀ ਰਹੀ। ਜਦੋਂ ਉਹਨਾਂ ਨੇ ਪੁਲਿਸਮੈਨ ਮਾਰਤੇ ਤੇ ਮਹਾਤਮਾ ਗਾਂਧੀ ਨੇ ਕਿਹਾ ਕਿ ਮੈਂ ਇਸ ਤੋਂ ਅਲੱਗ ਹੋ ਰਿਹਾ, ਜੀ ਜਿਹਦੇ ਨਾਲ ਫਿਰ ਕਈ ਜਿਹੜੇ ਸਨ ਨਾ ਕੱਟਰ ਮੁਸਲਮਾਨ, ਉਹ ਮਹਾਤਮਾ ਗਾਂਧੀ ਦੇ ਖਿਲਾਫ ਵੀ ਹੋ ਗਏ। ਉਹਦੇ ਵਿੱਚ ਇੱਕ ਪ੍ਰੋਸੈਸ ਸ਼ੁਰੂ ਹੋਇਆ, ਉਹਨੂੰ ਕਹਿੰਦੇ ਨੇ ਮੁਨਾਜ਼ਰਾ, ਪੋਲੇਮਿਕ। ਯਾਨੀ ਤੁਸੀਂ ਆਪਣਾ ਪੁਆਇੰਟ ਆਫ ਵਿਊ ਦਿਓ, ਮੈਂ ਆਪਣਾ ਦਿਆਂ। ਤੁਸੀਂ ਸਿੱਖੀਜ਼ਮ ਦਾ ਦਿਓ, ਵਾਈ ਸਿੱਖੀਜ਼ਮ ਇਜ਼ ਬੈਟਰ, ਆਈ ਗਿਵ ਵਾਈ ਇਸਲਾਮ ਇਜ਼ ਬੈਟਰ। ਉਹਦੇ ਵਿੱਚ ਤੁਸੀਂ ਜ਼ਰਾ ਇੰਟਰਸਟਿੰਗ ਚੀਜ਼ਾਂ ਵੀ ਦੇਖ ਲਓ। ਜੀ ਕਪੂਰਥਲਾ ਦੇ ਜਿਹੜੇ ਸਨ ਮਹਾਰਾਜ, ਹਾਂਜੀ। ਉਹ ਕ੍ਰਿਸਚਨ ਹੋ ਗਏ ਸਨ। ਹੁਣ ਕ੍ਰਿਸਚਨਸ ਨੇ ਤਾਂ ਕੋਈ ਜ਼ਿਆਦਾ ਨੋਟਿਸ ਨਹੀਂ ਲਿਆ, ਉਹਨਾਂ ਨਾਲ ਬਹਿਸਾਂ ਬੜੀਆਂ ਹੋਈਆਂ। ਸਿੱਖਾਂ ਨੇ ਵੀ ਸ਼ਾਇਦ ਕੋਈ ਐਡਾ ਨੋਟਿਸ ਨਹੀਂ ਲਿਆ, ਲੇਕਿਨ ਮੁਸਲਮਾਨਾਂ 'ਚ ਇੱਕ ਝਗੜਾ ਪੈ ਗਿਆ ਕਿਉਂਕਿ ਮਿਰਜ਼ਾ ਗੁਲਾਮ ਅਹਿਮਦ ਜਿਹੜੇ ਨੇ, ਉਹਨਾਂ ਦੀ ਵਜ੍ਹਾ ਨਾਲ ਕਈ ਮੁਸਲਮਾਨ ਫਿਰ ਉਹਨਾਂ ਦੇ ਨਾਲ ਹੋਣੇ ਸ਼ੁਰੂ ਹੋ ਗਏ ਨਾ। ਤੇ ਫਿਰ ਪੰਜਾਬ ਦੇ ਮੁਸਲਮਾਨਾਂ ਨੇ ਪੈਸੇ ਇਕੱਠੇ ਕਰਕੇ, ਜਿਹਦੇ 'ਚ ਅਲਾਮਾ ਇਕਬਾਲ ਦਾ ਬਹੁਤ ਰੋਲ ਸੀ, ਜੀ ਜੀ ਉਹਨਾਂ ਨੇ ਐਡਵਾਈਸ ਕੀਤਾ ਕਿ ਤੁਸੀਂ ਜਿਨਾਹ ਸਾਹਿਬ ਨੂੰ ਬੁਲਾਓ, ਉਹ ਬਹੁਤ ਵੱਡੇ ਵਕੀਲ ਨੇ, ਜੀ ਉਹ ਕੇਸ ਲੜਨ। ਜੀ ਫਿਰ ਜਿਨਾਹ ਸਾਹਿਬ ਆਏ। ਜੀ ਜਿਨਾਹ ਸਾਹਿਬ ਨੇ ਜਿਹੜੀ ਫੀਸ ਉਹਨਾਂ ਦੀ ਹੁੰਦੀ ਹੈ, ਜਿਹੜੇ ਹੋਟਲ ਵਿੱਚ ਰਹਿਣਾ ਪਸੰਦ ਕਰਦੇ ਨੇ, ਉਹ ਸਾਰੀ ਡਿਮਾਂਡਸ ਉਹਨਾਂ ਨੇ ਕੀਤੀਆਂ ਔਰ ਉਹਨਾਂ ਨੂੰ ਮਿਲੀਆਂ। ਡਾਇਲੋਗ ਟਾਈਮ ਤੇ ਸਾਂਝਾ ਪੰਜਾਬ ਦੇਖ ਰਹੇ ਸਾਰੇ ਹੀ ਵਿਊਅਰਸ ਦਾ ਸਵਾਗਤ ਹੈ। ਅੱਜ ਅਸੀਂ ਇੱਕ ਅਜਿਹੇ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਜੋ ਕਿ ਭਾਰਤੀ ਮਹਾਦੀਪ ਦੇ ਨਾਲ ਜਿਹੜੇ ਵਸੇ ਹੋਏ ਲੋਕ ਨੇ, ਉਹਨਾਂ ਦੇ ਨਾਲ ਸਿੱਧਾ ਜੁੜਦਾ ਹੈ। ਅਗਸਤ ਦਾ ਮਹੀਨਾ 1947 ਦੇ ਦੌਰਾਨ ਜੋ ਉੱਥੇ ਖੂਨੀ ਸਾਕਾ ਕਿਹਾ ਜਾਂਦਾ ਹੈ ਹੋਇਆ, ਉਸ ਦੇ ਵਿੱਚ ਜੋ ਅੱਡ-ਅੱਡ ਫਿਰਕਿਆਂ ਦੇ ਲੋਕਾਂ ਨੇ ਇੱਕ ਤਰੀਕੇ ਦੀ ਹੋਲੀ ਖੇਡੀ। ਲੱਖਾਂ ਪਰਿਵਾਰਾਂ ਨੂੰ ਪ੍ਰਵਾਸ ਕਰਨਾ ਪਿਆ। ਕਈਆਂ ਦੇ ਸਿਰਾਂ ਤੋਂ ਮਾਪੇ, ਕਈਆਂ ਦੀਆਂ ਭੈਣ ਭਰਾ, ਕਈਆਂ ਦੇ ਬੱਚੇ, ਚਾਚੇ ਤਾਏ, ਭੂਆ ਫੁੱਫੜ, ਦੋਸਤ ਸਦਾ ਲਈ ਵਿਛੜ ਗਏ। ਤੇ ਇਸ ਖੂਨੀ ਸੰਗਰਾਮ ਦਾ ਜੋ ਮੁੱਢ ਵੱਜਦਾ ਹੈ, ਉਹਦੇ ਵਿੱਚ ਪਿੱਛੇ ਕਈ ਰਾਜਸੀ ਕਾਰਨ ਸਨ। ਆਪਣੇ ਆਪਣੇ ਫਿਰਕਿਆਂ ਦੇ ਆਪਣੇ ਆਪਣੇ ਇੱਕ ਸਵਾਲ ਸਨ, ਜਿਨ੍ਹਾਂ ਦੇ ਕਰਕੇ ਇੱਕ ਬਹੁਤ ਵੱਡਾ ਖੂਨੀ ਸੰਗਰਾਮ ਸਾਡੇ ਪੰਜਾਬ ਦੇ ਖਿੱਤੇ ਤੇ ਖੇਡਿਆ ਗਿਆ। ਉਸ ਦੇ ਲਈ ਮੁੱਖ ਜ਼ਿੰਮੇਦਾਰ ਜਿਹੜੀਆਂ ਰਾਜਸੀ ਧਿਰਾਂ ਸਨ ਉਸ ਵੇਲੇ ਦੀਆਂ, ਕਾਂਗਰਸ, ਮੁਸਲਿਮ ਲੀਗ ਤੇ ਸ਼੍ਰੋਮਣੀ ਅਕਾਲੀ ਦਲ। ਇਹਨਾਂ ਤਿੰਨਾਂ ਪਾਰਟੀਆਂ ਦੀਆਂ ਭੂਮਿਕਾ ਸਮਝਣ ਦੇ ਲਈ, ਇਹਨਾਂ ਤਿੰਨੇ ਪਾਰਟੀਆਂ ਨੇ ਉਸ ਵੇਲੇ ਦੇ ਨਿਭਾਏ ਹੋਏ ਕਿਰਦਾਰ ਨੂੰ ਸਮਝਣ ਲਈ ਅੱਜ ਸਾਡੇ ਵਿਚਕਾਰ ਬਹੁਤ ਹੀ ਇੱਕ ਮੌਜੂਦ ਹਸਤੀ ਸਾਡੇ ਨਾਲ ਨੇ। ਤੇ ਉਹ ਇਹ ਹਸਤੀ ਕੋਈ ਕਿਸੇ ਵੀ ਤਰੀਕੇ ਦਾ ਜੇ ਅਸੀਂ ਜਾਣਕਾਰੀ ਦੇਣਾ ਚਾਹੀਏ, ਉਹ ਕਿਸੇ ਮੁਹਤਾਜ ਨਹੀਂ ਹਨ। ਡਾਕਟਰ ਸਾਹਿਬ, ਡਾਕਟਰ ਇਸ਼ਤਿਆਕ ਅਹਿਮਦ ਸਾਹਿਬ ਜੀ, ਇਹਨਾਂ ਦਾ ਜਨਮ ਉਸੇ ਹੀ ਸਾਲ ਦੇ ਵਿੱਚ ਹੋਇਆ ਜਦੋਂ ਇਹ ਵੰਡ ਹੋਈ। ਤੇ ਇਹਨਾਂ ਨੇ ਆਪਣੀ ਮੁੱਢਲੀ ਵਿੱਦਿਆ ਲਾਹੌਰ ਤੋਂ ਪ੍ਰਾਪਤ ਕੀਤੀ। ਜਿਹੜਾ ਇਹਨਾਂ ਦਾ ਸੰਬੰਧ ਹੈ ਉਹ ਪੋਲੀਟੀਕਲ ਸਾਇੰਸ ਦੇ ਨਾਲ ਹੈ। ਇਹਨਾਂ ਨੇ ਮਾਸਟਰਸ ਕੀਤੀ ਹੋਈ ਹੈ ਪੋਲੀਟੀਕਲ ਸਾਇੰਸ ਦੀ। ਫਿਰ ਉਸ ਤੋਂ ਬਾਅਦ ਇਹ ਸੌਟਮ ਯੂਨੀਵਰਸਿਟੀ ਦੇ ਵਿੱਚ ਜਾ ਕੇ ਪ੍ਰੋਫੈਸਰ ਰਹੇ ਨੇ। ਉੱਥੋਂ ਹੀ PhD ਦੀ ਡਿਗਰੀ ਵੀ ਇਹਨਾਂ ਨੇ ਪੋਲੀਟੀਕਲ ਸਾਇੰਸ ਦੇ ਵਿਸ਼ੇ ਤੇ ਹੀ ਕੀਤੀ ਹੈ। ਡਾਕਟਰ ਸਾਹਿਬ, ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਅਮਰਿੰਦਰ ਸਿੰਘ ਜੀ। ਵੈਰੀ ਨਾਈਸ ਟਾਕਿੰਗ ਟੂ ਯੂ। ਥੈਂਕ ਯੂ ਡਾਕਟਰ ਸਾਹਿਬ। ਡਾਕਟਰ ਸਾਹਿਬ, ਆਪਾਂ ਅੱਜ ਜਿਹੜੀ ਜਿਸ ਵਿਸ਼ੇ ਤੇ ਗੱਲ ਕਰਨੀ ਹੈ, ਉਹ ਵਿਸ਼ਾ ਸਾਡੇ ਸਾਰਿਆਂ ਦਾ ਇੱਕ ਸਾਂਝਾ ਹੈ। ਉਹ ਪੰਜਾਬ ਦਾ ਇੱਕ ਸਾਂਝਾ ਦਰਦ ਹੈ। ਉਸ ਦਰਦ ਦੇ ਵਿੱਚ ਕੋਈ ਹਿੰਦੂ, ਮੁਸਲਿਮ, ਸਿੱਖ ਸਾਰੇ ਹੀ ਇੱਕੋ ਹੀ ਨੇ, ਸਾਰੇ ਪੰਜਾਬੀ ਹੀ ਨੇ। ਜੇ ਤੁਸੀਂ ਇਸ ਵਿਸ਼ੇ ਨੂੰ ਸ਼ੁਰੂ ਕਰਨਾ ਹੋਵੇ ਤਾਂ ਸਾਨੂੰ ਇਸ ਜਿਹੜੀ ਇਸ ਫਿਰਕੂ ਤਣਾਵ ਦੀ ਜਿਹੜੀ ਸ਼ੁਰੂਆਤ ਆ, ਉਹਨੂੰ ਤੁਸੀਂ ਕਦੋਂ ਸਮਝਦੇ ਕਿ ਉਹ ਸਟਾਰਟਿੰਗ ਕਦੋਂ ਤੋਂ ਕਿੱਥੋਂ ਹੋਈ? ਦੇਖੋ ਜੀ,
ਟਾਈਮ ਵਿੱਚ ਪਿੱਛੇ ਜਾਣ ਦੇ ਨਾਲ ਤੁਸੀਂ ਜਿੰਨਾ ਮਰਜ਼ੀ ਪਿੱਛੇ ਚਲੇ ਜਾਓ, ਲੇਕਿਨ ਜਦੋਂ ਇਲੈਕਸ਼ਨ ਹਿੰਦੁਸਤਾਨ ਦੇ ਵਿੱਚ ਇੰਟਰੋਡਿਊਸ ਕੀਤੇ ਗਏ ਤੇ ਜੀ, ਉਹਦੇ ਨਾਲ 1909 ਦੇ ਵਿੱਚ ਜੀ, ਮੁਸਲਮਾਨਾਂ ਨੂੰ ਅਲੱਗ ਸੈਪਰੇਟ ਇਲੈਕਟਡ ਦੇ ਦਿੱਤਾ, ਜੀ, ਜਿਹਦੇ ਨਾਲ ਉਹ ਬਾਕੀ ਹਿੰਦੁਸਤਾਨ ਦੇ ਜਿਹੜੇ ਲੋਕ ਸਨ ਉਹਨਾਂ ਤੋਂ ਅਲੱਗ ਇੱਕ ਆਪਣਾ ਇੰਟਰਸਟ ਪੋਲੀਟੀਕਲ ਜਿਹੜਾ ਹੈ ਇਲੈਕਟ ਹੋਣ ਦਾ ਉਹਨਾਂ ਦਾ ਬਣ ਗਿਆ। ਜੀ, 1919 ਚ ਪੰਜਾਬ ਦੇ ਸਿੱਖਾਂ ਨੂੰ ਵੀ ਦੇ ਦਿੱਤਾ। ਜੀ, ਤੇ ਇੱਥੋਂ ਤੁਸੀਂ ਜਦੋਂ ਤੁਸੀਂ ਇੱਕ ਪੂਰੀ ਕਮਿਊਨਿਟੀ ਨੂੰ ਅਲੱਗ ਕਰ ਦਿਓ ਮੇਨ ਸਟ੍ਰੀਮ ਤੋਂ, ਜੀ, ਜੀ, ਤੇ ਫਿਰ ਉਹਦੀ ਸਿਆਸਤ ਵੀ ਉਹਦੇ ਇਰਦ-ਗਿਰਦ ਹੀ ਡਿਵੈਲਪ ਕਰਦੀ ਹੈ। ਜੀ, ਜੀ, ਬਿਲਕੁਲ। ਇਹ ਤੇ ਹੈ ਪੁਰਾਣੇ ਰੂਟਸ, ਜੀ, ਲੇਕਿਨ ਇਹਦਾ ਸ਼ੁਰੂ ਤੇ ਹੁੰਦਾ ਹੈ ਜੇ ਇੱਕਦਮ ਅਸੀਂ ਮਾਡਰਨ ਟਾਈਮ ਵਿੱਚ ਆਈਏ ਜੀ, ਤੇ ਉਹ 1940 ਦੇ ਵਿੱਚ ਲਾਹੌਰ ਦੇ ਵਿੱਚ ਆਲ ਇੰਡੀਆ ਮੁਸਲਿਮ ਲੀਗ ਦਾ ਸੈਸ਼ਨ ਜਿਹੜਾ 22 ਮਾਰਚ ਨੂੰ ਸ਼ੁਰੂ ਹੋਇਆ ਔਰ ਜੀ, 25 ਮਾਰਚ ਨੂੰ ਖਤਮ ਹੋਇਆ। ਜੀ, ਜੀ, ਜਦੋਂ ਕਿ ਐਲਾਨ ਕੀਤਾ ਗਿਆ ਕਿ ਅਸੀਂ ਮੁਸਲਮਾਨਾਂ ਲਈ ਜਿੱਥੇ-ਜਿੱਥੇ ਉਹ ਮੈਜੋਰਿਟੀ 'ਚ ਹਨ, ਯਾਨੀ ਜੀ, ਨਾਰਥ ਵੈਸਟਰਨ ਔਰ ਨਾਰਥ ਈਸਟਰਨ ਜ਼ੋਨਸ ਜੀ, ਹਿੰਦੁਸਤਾਨ ਦੀ, ਉਹਨਾਂ ਨੂੰ ਅਲੱਗ ਕਰਕੇ ਮੁਸਲਮਾਨਾਂ ਦੇ ਮੁਲਕ ਬਣਾਤੇ ਜਾਣ। ਜੀ, ਉਹ ਮੁਸਲਮਾਨਾਂ ਦੇ ਮੁਲਕ ਦਾ ਇੱਕ ਜੈਨੇਰਿਕ ਨਾਮ, ਇੱਕ ਕਾਮਨ ਨਾਮ ਉਦੋਂ ਮਸ਼ਹੂਰ ਹੋ ਗਿਆ, ਜੀ, ਪਾਕਿਸਤਾਨ। ਯਾਨੀ ਇਹਦਾ ਇਹ ਮਤਲਬ ਨਹੀਂ ਸੀ 1940 ਚ ਕਿ ਇੱਕ ਪਾਕਿਸਤਾਨ ਬਣੇਗਾ। 1947 ਚ ਅਲਬੱਤਾ ਇੱਕ ਪਾਕਿਸਤਾਨ ਬਣਿਆ, ਉਹਦੀ ਆਪਣੀ ਹਿਸਟਰੀ ਹੈ। ਜੀ, ਲੇਕਿਨ ਡਾਕਟਰ ਸਾਹਿਬ ਉਹਦੇ ਵਿੱਚ ਨਾ ਉਹਦੀ ਡਾਕਟਰ ਸਾਹਿਬ ਹਿੰਦੁਸਤਾਨ ਦੀ ਵੰਡ ਦੀ ਗੱਲ ਜੀ, 1940 ਚ ਹੋਈ ਹੈ। ਜੀ, ਹਾਂਜੀ, ਡਾਕਟਰ ਸਾਹਿਬ ਉਸ ਦੇ ਵਿੱਚ ਜਿਹੜੇ ਉਹ ਪਾਕਿਸਤਾਨ ਵਰਡ ਜਿਹੜਾ ਤੁਸੀਂ ਕਹਿੰਦੇ ਹੋ, ਉਹ ਬਹੁਵਚਨ ਸੀਗਾ। ਉਹ ਬਹੁਤੀਆਂ ਸਟੇਟਾਂ ਬਾਰੇ ਜਿਹੜਾ ਮੈਂ ਉਹਨਾਂ ਦਾ ਪੜ੍ਹਿਆ ਐਲਾਨਨਾਮਾ ਲਾਹੌਰ ਦਾ, ਜੀ, ਉਹਦੇ ਵਿੱਚ ਜਿਹੜਾ ਉਹਨਾਂ ਨੇ ਜਿਸ ਪਾਕਿਸਤਾਨ ਦਾ ਜਿਸ ਸਟੇਟ ਦਾ ਜ਼ਿਕਰ ਕੀਤਾ, ਉਹਦੇ ਨਾਲ ਸਟੇਟਸ ਲਿਖਿਆ, ਇਕੱਲੀ ਸਟੇਟ ਜੀ, ਜੀ, ਨਹੀਂ। ਬਿਲਕੁਲ, ਬਿਲਕੁਲ, ਬਿਲਕੁਲ। ਉਹਦੀ ਵਜ੍ਹਾ ਹੈ ਕਿ ਪਹਿਲੀ ਦਫਾ ਸਾਰੇ ਹਿੰਦੁਸਤਾਨ ਤੋਂ ਡੈਲੀਗੇਟ ਆ ਰਹੇ ਸਨ ਲਾਹੌਰ, ਔਰ ਜੀ, ਉਹਨਾਂ ਵਿੱਚ ਕੋਈ ਐਗਰੀਮੈਂਟ ਨਹੀਂ ਸੀ ਕਿ ਜੇ ਅਸੀਂ ਡਿਮਾਂਡ ਕਰਨੀ ਵੀ ਹੈ ਤੇ ਕਿਸ ਤਰੀਕੇ ਨਾਲ ਕਰਨੀ ਹੈ। ਜੀ, ਜੀ, ਲਿਹਾਜ਼ਾ ਉਹਦੀ ਸਾਰੀ ਜ਼ੁਬਾਨ ਨੂੰ ਬੜਾ ਲੂਜ਼ ਜੀ, ਔਰ ਵੇਗ ਰੱਖਿਆ ਗਿਆ ਤਾਂ ਕਿ ਇੱਕਦਮ ਜੇ ਤੁਸੀਂ ਐਲਾਨ ਕਰ ਦਿਓ ਇਹ ਸਾਨੂੰ ਚਾਹੀਦਾ ਹੈ ਤੇ ਫਿਰ ਝਗੜੇ ਪੈ ਸਕਦੇ ਨੇ ਨਾ। ਜੀ, 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 ਤੇ ਉਹਨਾਂ ਨੇ ਉਦੋਂ ਇਹ ਹੀ ਖਿਆਲ ਸੀ ਕਿ ਮੁਸਲਿਮ ਸਟੇਟਸ, ਜੀ, ਕਿਉਂਕਿ ਦੇਖੋ ਤੁਸੀਂ ਸਟੇਟਸ ਜਿਹੜੀਆਂ ਨੇ ਉਹਨਾਂ ਦੀ ਟੈਰੀਟਰੀ ਇੱਕ ਕਨੈਕਟਡ ਹੁੰਦੀ ਹੈ ਨਾ, ਜੀ, ਜੀ, ਬਿਲਕੁਲ। ਤੇ ਜੇ ਮੁਸਲਮਾਨ ਨਾਰਥ ਵੈਸਟ ਵਿੱਚ ਹਨ ਜੀ, ਔਰ 1500 ਕਿਲੋਮੀਟਰ ਦੇ ਬਾਅਦ ਫਿਰ ਈਸਟ ਬੰਗਾਲ ਵਿੱਚ ਹਨ, ਜੀ, ਤੇ ਉਹਨਾਂ ਨੂੰ ਇੱਕ ਮੁਲਕ ਪਹਿਲੇ ਤੋਂ ਡਿਕਲੇਅਰ ਕਰਨਾ ਤਾਂ ਕੋਈ ਅਕਲ ਦੀ ਗੱਲ ਨਹੀਂ ਨਾ ਹੈਗੀ। ਬਿਲਕੁਲ ਨਹੀਂ। ਜੀ, ਅਖੀਰ ਵਿੱਚ ਕਿਉਂ ਉਹ ਇੱਕ ਪਾਕਿਸਤਾਨ ਬਣਿਆ, ਉਹ ਇੱਕ ਹੋਰ ਪੋਲਿਟਿਕਸ ਹੈ। ਜੀ, 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 ਲਿਹਾਜ਼ਾ ਉਦੋਂ ਡਿਕਲੇਅਰ ਐਸੀ ਵਾਸਤੇ ਕੀਤਾ ਗਿਆ ਸੀ ਤਾਂ ਕਿ ਇਨ ਦੋ ਜ਼ੋਨਸ ਦੇ ਵਿੱਚ ਦੇਖੋ ਸਿੰਧ ਦੇ ਮੁਸਲਮਾਨਾਂ ਦੀ ਆਪਣੀ ਖਾਹਿਸ਼ ਸੀ ਕਿ ਸਾਡੀ ਆਟੋਨਮੀ ਕਾਇਮ ਰਵੇ। ਜੀ, ਉਹ ਉਦੋਂ ਹੀ ਪੰਜਾਬ ਤੋਂ ਥੋੜਾ ਘਬਰਾਉਂਦੇ ਸਨ। ਜੀ, ਨਾਰਥ ਵੈਸਟ ਫਰੰਟੀਅਰ ਦੇ ਮੁਸਲਮਾਨ ਕਦੀ ਮੁਸਲਿਮ ਲੀਗ ਦੇ ਨਾਲ ਸਨ ਹੀ ਨਹੀਂ, ਉਹ ਤੇ ਜੀ, ਸਾਰੇ ਕਾਂਗਰਸ ਨਾਲ ਸਨ। ਜੀ, ਜੀ, ਲਿਹਾਜ਼ਾ ਜੀ, ਜੇ ਤੁਸੀਂ ਉਦੋਂ ਹੀ ਕਹਿ ਦਿੰਦੇ ਕਿ ਪਾਕਿਸਤਾਨ ਦੇ ਵਿੱਚ ਇਹ ਸਾਰੇ ਇੱਕ ਮੁਲਕ ਬਣੇਗਾ ਤੇ ਸ਼ਾਇਦ ਡੈਲੀਗੇਟਸ ਤੁਹਾਡੇ ਨਾਲ ਨਾ ਆਉਂਦੇ। ਜੀ, ਜੀ, ਲਿਹਾਜ਼ਾ ਇਸ ਵਾਸਤੇ ਉਹਨੂੰ ਬੜਾ ਲੂਜ਼, ਵੇਗ, ਕਨਫਿਊਜ਼ਡ ਰੱਖਿਆ ਗਿਆ। ਓਕੇ, the Muslim states will be sovereign and independent। sovereign ਜੀ, ਵੀ, ਜੀ, sovereign ਦਾ ਮਤਲਬ ਹੁੰਦਾ ਹੈ ਉਹ ਬਿਲਕੁਲ ਆਜ਼ਾਦ ਨੇ। ਲਿਹਾਜ਼ਾ ਉਹ 100% ਜਾਣ ਕੇ ਰੱਖਿਆ ਗਿਆ ਸੀ, ਜਾਣ ਕੇ ਰੱਖਿਆ ਗਿਆ ਸੀ। ਓਕੇ। ਤੇ ਇਸ ਤੋਂ ਬਾਅਦ ਡਾਕਟਰ ਸਾਹਿਬ ਜੇ ਤੁਸੀਂ ਥੋੜਾ ਜਿਹਾ ਮੁਸਲਿਮ ਲੀਗ ਦੀ ਸਟਾਰਟਿੰਗ ਦੱਸ ਦਿਓ ਤੇ ਉਹਨਾਂ ਦੇ ਕਾਰਨ ਕੀ ਸਨ ਕਿ ਕਾਂਗਰਸ ਦੇ ਇੱਕ ਪੈਰਲਰ ਇੱਕ ਜਮਾਤ ਖੜੀ ਕੀਤੀ ਗਈ ਕਿ ਜਿਵੇਂ ਕਿ ਕਾਂਗਰਸ ਦਾ ਤਾਂ ਇੱਕ ਤਰੀਕੇ ਦਾ ਦਿੱਖ ਇਹ ਸੀਗਾ ਕਿ ਉਹ ਇੱਕ ਸੈਕੂਲਰ ਹੈ, ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਨਹੀਂ, ਪਰ ਉਹਦੇ ਬਾਵਜੂਦ ਜੀ, ਵੀ ਇੱਕ ਮੁਸਲਿਮ ਲੀਗ ਦੀ ਸਥਾਪਨਾ ਕੀਤੀ ਗਈ। ਉਹਦੇ ਬਾਰੇ ਤੇ ਥੋੜਾ ਜਿਹਾ ਸ਼੍ਰੋਮਣੀ ਅਕਾਲੀ ਦਲ ਬਾਰੇ ਜੋ ਕਿ ਸਿੱਖਾਂ ਦੀ ਨੁਮਾਇੰਦਾ ਜਮਾਤ ਸੀ। ਹਾਂਜੀ, ਇਸ ਤਰ੍ਹਾਂ ਹੈ ਕਿ 1857 ਦੇ ਬਾਅਦ ਜੀ, ਜਿਹੜੀ ਮੁਸਲਿਮ ਐਰਿਸਟੋਕ੍ਰੇਸੀ ਸੀ, ਜੀ, ਉਹਨੂੰ ਇਹ ਇੱਕ ਡਰ ਸੀ ਕਿ ਆਉਣ ਵਾਲੇ ਹਿੰਦੁਸਤਾਨ ਵਿੱਚ ਜੀ, ਜੇ ਜੀ, ਅੰਗਰੇਜ਼ ਨਾ ਹੋਣ ਜੀ, ਤੇ ਹਿੰਦੂ ਸਾਡੇ ਤੇ ਡੋਮੀਨੇਟ ਕਰ ਜਾਣਗੇ ਸਾਰੀ ਇੰਨੇ 700-800 ਸਾਲ, ਤੇ ਅਸੀਂ ਰੂਲ ਕਰਦੇ ਰਹੇ ਹਾਂ ਇੰਡੀਆ ਨੂੰ। ਜੀ, ਇਹ ਐਰਿਸਟੋਕ੍ਰੇਸੀ ਦੀ ਗੱਲ ਕਰ ਰਹੇ ਹਾਂ, ਹਮ, ਅਸ਼ਰਾਫੀਆ ਦੀ, ਜੀ, ਆਮ ਮੁਸਲਮਾਨਾਂ ਦੀ ਗੱਲ ਨਹੀਂ ਕਰ ਰਿਹਾ ਜਿਹੜੀ ਮੈਜੋਰਿਟੀ ਸਨ। ਜੀ, ਮੈਂ ਕੋਈ 5 ਤੋਂ ਲੈ ਕੇ 10%
ਉਹ ਮੁਸਲਮਾਨ ਜਿਹੜੇ ਆਪਣੇ ਆਪ ਨੂੰ ਫੋਰਨ ਐਨਸੈਸਟਰਸ ਦੀ ਔਲਾਦ ਜੀ ਸਮਝਦੇ ਸਨ। ਕੁਰੈਸ਼। मुगल हो गए, तुर्क हो गए, पठान हो गए ਜੀ और ये अरब ਜਿਹੜੇ ਨਸਲ ਆਪਣੇ ਆਪ ਨੂੰ ਕਹਿੰਦੇ ਸਨ। ਜੀ 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 ਤੇ ਉਹਨਾਂ ਦੇ ਨੁਮਾਇੰਦੇ ਸਰ ਸੈਯਦ ਜੀ ਸਰ ਸੈਯਦ ਨੇ ਕਿਹਾ ਕਿ ਤੁਸੀਂ ਹਿੰਦੂਆਂ ਦੇ ਨਾਲ ਨਾ ਮਿਲੋ, ਤੁਸੀਂ ਹਮ, ਅੰਗਰੇਜ਼ਾਂ ਨਾਲ ਮਿਲ ਕੇ ਤੇ ਅੱਗੇ ਵਧਣ ਦੀ ਕੋਸ਼ਿਸ਼ ਕਰੋ। ਜੀ ਸਰ ਸੈਯਦ ਦਾ ਪੋਜ਼ਿਟਿਵ ਜਿਹੜਾ ਹੈ ਉਹ ਉਹਨਾਂ ਨੇ ਕਿਹਾ ਕਿ ਤੁਸੀਂ ਐਜੂਕੇਸ਼ਨ ਵਿੱਚ ਵੀ ਆਓ, ਜੀ ਵਰਨਾ ਹਿੰਦੂ ਤੇ ਪਹਿਲੇ ਹੀ ਐਜੂਕੇਸ਼ਨ ਵਿੱਚ ਆ ਗਏ ਨੇ, ਬਿਲਕੁਲ ਲਿਹਾਜ਼ਾ ਉਹ ਤੁਹਾਡੇ ਤੋਂ ਅੱਗੇ ਨਿਕਲ ਜਾਣਗੇ। ਜੀ ਜੀ ਸਰ ਸੈਯਦ ਦਾ ਨੈਗੇਟਿਵ ਇਹ ਵੇ ਕਿ ਉਹਨਾਂ ਨੇ ਜਦੋਂ ਕਿਹਾ ਕਿ ਤੁਸੀਂ ਐਜੂਕੇਸ਼ਨ ਵਿੱਚ ਆਓ, ਜੀ ਤੇ ਆਮ ਮੁਸਲਮਾਨ ਦੀ ਗੱਲ ਨਹੀਂ ਕੀਤੀ ਉਹਨੇ, ਉਹਨਾਂ ਨੇ ਜੀ ਅਸ਼ਰਾਫੀਆ ਦੀ ਗੱਲ ਹੀ ਕੀਤੀ ਓਕੇ ਕਿ ਇਹ ਹੀ ਇਸ ਕਾਬਲ ਨੇ ਜਿਹੜੇ ਪੜ੍ਹ ਲਿਖ ਕੇ ਅੱਗੇ ਵਧਣ। ਜੀ ਜੀ ਆਮ ਮੁਸਲਮਾਨ ਜਿਹੜਾ ਹੈ, ਕਾਰੀਗਰ ਜਿਹੜਾ ਹੈ ਜਾਂ ਜਿਹੜਾ ਕਿਸਾਨ ਹੈ, ਉਹਦਾ ਕੀ ਸਾਡੇ ਨਾਲ ਤਾਲੁਕ ਹੈ। ਓਕੇ ਲਿਹਾਜ਼ਾ ਇਹ ਬੈਕਗ੍ਰਾਉਂਡ ਹੈ। ਅੱਛਾ, ਜੀ ਹੁਣ ਹੁੰਦਾ ਹੈ ਵੇ ਕਿ ਕਾਂਗਰਸ ਪਾਰਟੀ ਬਣ ਗਈ ਔਰ ਤੁਸੀਂ ਬਿਲਕੁਲ ਦਰੁਸਤ ਦੱਸਿਆ ਹੈ ਕਿ ਉਹ ਇੱਕ ਸੈਕੂਲਰ ਓਪਨ ਪਾਰਟੀ ਫॉर ਆਲ ਇੰਡੀਅਨ ਸੀ। ਬਿਲਕੁਲ ਜੀ ਲੇਕਿਨ ਇਹ ਯਾਦ ਰੱਖੋ, ਇਹ ਪਾਰਟੀ ਉੱਥੇ ਉਨ ਲੋਕਾਂ ਦੇ ਮਦਦ ਨਾਲ ਬਣੀ ਜਿਹੜੀ ਕਿ ਬਰਤਾਨੀਆ ਬ੍ਰਿਟਿਸ਼ ਰੂਲ ਦੇ ਨਾਲ ਇਕਨੋਮਿਕਲੀ ਪ੍ਰੋਸਪਰ ਕੀਤੀਆਂ, ਅੱਗੇ ਵਧੀਆਂ। ਜੀ ਜੀ ਨਾਰਦਰਨ ਇੰਡੀਆ ਦੀ ਜਿਹੜੀਆਂ ਸ਼ਹਿਰ ਸਨ ਉਹ ਡਾਊਨ ਜਾਣੇ ਸ਼ੁਰੂ ਹੋ ਗਏ ਕਿਉਂਕਿ ਪਹਿਲੇ ਟ੍ਰੇਡ ਹੁੰਦੀ ਸੀ ਸੈਂਟਰਲ ਏਸ਼ੀਆ ਦੇ ਨਾਲ, ਬਿਲकुल ਹੁਣ ਟ੍ਰੇਡ ਸਮੁੰਦਰ ਦੇ ਜ਼ਰੀਏ ਹੋਣੀ ਸ਼ੁਰੂ ਹੋ ਗਈ। ਮਦਰਾਸ ਯਾਨੀ ਚੇਨਈ, ਬੰਬੇ, कलकत्ता ਕਲਕੱਤਾ जी जी ਔਰ ਇਨ ਇਲਾਕਿਆਂ ਦੇ ਵਿੱਚ ਮੈਜੋਰਿਟੀ ਹਿੰਦੂਆਂ ਦੀ ਸੀ। बिल्कुल ਲਿਹਾਜ਼ਾ ਕਾਂਗਰਸ ਦੇ ਜਿਹੜੇ ਅਰਲੀ ਸਪੋਰਟਰ ਸਨ ਉਹਨਾਂ ਵਿੱਚ ਬਹੁਤ ਵੱਡਾ ਨਾਂ ਹੈਗਾ ਹੈ ਪਾਰਸੀਆਂ ਦਾ। जी बिल्कुल हाँ जी ਬੜੀ ਛੋਟੀ ਕਮਿਊਨਿਟੀ ਲੇਕਿਨ ਬਹੁਤ ਪੜ੍ਹੀ ਲਿਖੀ, बिल्कुल ਬਹੁਤ ਇਨਫਲੂਐਂਸ਼ੀਅਲ। अमीर ਉਹ ਉਸ ਦੇ ਵਿੱਚ ਆਏ, ਕਾਂਗਰਸ ਵਿੱਚ ਆਏ जी जी ਔਰ ਹਿੰਦੂ ਤੁਸੀਂ ਕਹਿ ਸਕਦੇ ਹੋ ਪ੍ਰੋਫੈਸ਼ਨਲਸ, जी ਅਪਰ ਕਾਸਟ ਹਿੰਦੂ ਪ੍ਰੋਫੈਸ਼ਨਲਸ जी ਕਲਕੱਤੇ ਤੋਂ, ਬੰਬੇ ਤੋਂ ਔਰ ਯੂਪੀ ਤੋਂ ਵੀ ਆਣੇ ਜੀ, ਸ਼ੁਰੂ ਹੋ ਗਏ। ਠੀਕ ਜੀ, ਹੈ, ਪੰਜਾਬ ਇਹਨਾਂ ਤੋਂ ਦੂਰ ਹੀ ਰਿਹਾ ਇਸ ਦੌਰਾਨ। ਇਸ ਜੀ, ਜ਼ਮਾਨੇ 'ਚ ਪੰਜਾਬ ਦਾ ਕੋਈ ਐਡਾ ਰੋਲ ਨਹੀਂ ਸੀ। जी जी ਅੱਛਾ, ਹੁਣ ਹੁੰਦਾ ਹੈ ਕਿ ਕਾਂਗਰਸ ਪਾਰਟੀ ਬਣ ਜਾਂਦੀ ਹੈ, बिल्कुल ਉਹਦੇ ਵਿੱਚ ਮੁਸਲਮਾਨਾਂ ਦੀ ਪਾਰਟਿਸਿਪੇਸ਼ਨ ਪਹਿਲੇ ਦਿਨ ਤੋਂ ਸੀ। ਇਹ ਨਹੀਂ ਕਿ ਮੁਸਲਮਾਨ ਨਹੀਂ ਸਨ, जी बिल्कुल ਲੇਕਿਨ ਇਨ ਅ ਸਮਾਲਰ ਨੰਬਰ, ਕਿਉਂਕਿ ਔਰ ਉਨ ਇਲਾਕਿਆਂ ਦੇ ਸਨ ਜਿਹੜੇ ਬਿਜ਼ਨਸ ਕਮਿਊਨਿਟੀ ਦੇ ਇਲਾਕੇ ਸਨ, ਮਸਲਨ ਬੰਬੇ जी ਜਾਂ ਕਲਕੱਤਾ, ਜੀ। ਉੱਥੋਂ ਦੇ ਮੁਸਲਮਾਨ। ਜੀ ਯੂਪੀ ਔਰ ਪੰਜਾਬ ਔਰ ਨਾਰਥ ਵੈਸਟ ਫਰੰਟੀਅਰ ਔਰ ਸਿੰਧ ਦਾ ਮੁਸਲਮਾਨ ਉਹਦੇ 'ਚ ਕਾਂਗਰਸ ਦੇ ਇਸ ਪਹਿਲੀ ਫੇਜ਼ ਵਿੱਚ ਤੁਹਾਨੂੰ ਨਜ਼ਰ ਨਹੀਂ ਆਉਂਦਾ। ਠੀਕ ਹੈ, ਜੀ ਇਹ ਇਲਾਕੇ ਸਮੁੰਦਰੀ ਸ਼ਹਿਰਾਂ ਤੋਂ ਬਹੁਤ ਦੂਰ ਵੀ ਸਨ ਨਾ ਜੀ, ਸਮਝ ਗਏ ਬਿਲਕੁਲ। ਤੁਸੀਂ। ਹਮ, ਔਰ ਮੁਸਲਮਾਨਾਂ 'ਚ ਉਸ ਜ਼ਮਾਨੇ 'ਚ ਕਿਉਂਕਿ ਤੁਰਕਾਂ ਨੂੰ ਡਿਫੀਟ ਹੋ ਰਹੀ ਸੀ ਯੂਰਪ ਦੇ ਵਿੱਚ, ਬਾਲਕਨ ਵਾਰਜ਼ ਵਿੱਚ, हाँ जी ਤੇ ਜਿਹੜੇ ਐਂਟੀ ਇੰਪੀਰੀਅਲਿਸਟ ਮੁਸਲਮਾਨ ਸਨ ਉਹ ਅੰਗਰੇਜ਼ਾਂ ਦੇ ਖਿਲਾਫ ਆਉਣਾ ਚਾਹੁੰਦੇ ਸਨ। ਕਾਂਗਰਸ ਸ਼ੁਰੂ ਦੇ ਵਿੱਚ ਲਾਇਲਿਸਟ ਇੱਕ ਆਰਗੇਨਾਈਜੇਸ਼ਨ ਸੀ, बिल्कुल जी ਜਿਹਦਾ ਮਤਲਬ ਸੀ ਕਿ ਤੁਸੀਂ ਦੱਸੋ ਕਿ ਸਾਨੂੰ ਕੀ ਕੀ ਚਾਹੀਦਾ ਹੈ। ਲੇਕਿਨ ਜਦੋਂ ਕਾਂਗਰਸ ਬਣ ਗਈ ਤੇ ਉਹਨਾਂ ਨੇ ਡਿਮਾਂਡ ਕਰਨੀ ਸ਼ੁਰੂ ਕਰਤੀ ਜੀ, ਅਸੀਂ ਜਿੰਨਾ ਤੁਸੀਂ ਕਹਿੰਦੇ ਹੋ ਪੜ੍ਹੇ ਲਿਖੇ, ਉਹਨੇ ਹੀ ਪੜ੍ਹੇ ਲਿਖੇ ਅਸੀਂ ਆ, ਤੇ बिल्कुल ਸਾਨੂੰ ਨੌਕਰੀ ਵੀ ਦਿਓ, हम्म, ਸਾਨੂੰ ਸਟੇਟ ਦੇ ਵਿੱਚ ਰੈਪਰੈਜ਼ੈਂਟੇਸ਼ਨ ਦਿਓ। जी ਲਿਹਾਜ਼ਾ ਕਾਂਗਰਸ ਰੈਡੀਕਲਾਈਜ਼ ਹੁੰਦੀ ਗਈ, ਨੈਸ਼ਨਲਿਸਟ ਪਾਰਟੀ ਬਣਦੀ ਗਈ जी ਨਾਲ ਨਾਲ। जी जी ਉਹਦੇ ਦੋ ਅਰਲੀ ਪੀਰੀਅਡ ਵਿੱਚ ਮੁਸਲਮਾਨ ਪ੍ਰੈਜ਼ੀਡੈਂਟ ਵੀ ਰਹੇ, ਲਿਹਾਜ਼ਾ जी ਮੁਸਲਮਾਨਾਂ ਦੀ ਪ੍ਰੈਜ਼ੈਂਸ ਤੇ ਨਜ਼ਰ ਆਂਦੀ ਹੈ, ਦੋਨੋਂ ਬੰਬੇ ਦੇ बिल्कुल ਸਨ। जी ਠੀਕ ਹੈ, ਅੱਛਾ, ਹੁਣ ਅੰਗਰੇਜ਼ਾਂ ਨੇ, ਲਾਰਡ ਕਰਜ਼ਨ ਨੇ 1905 ਦੇ ਵਿੱਚ ਬੰਗਾਲ ਨੂੰ ਡਿਵਾਈਡ ਕਰਤਾ, जी ਈਸਟ ਬੰਗਾਲ ਨੂੰ ਔਰ ਵੈਸਟ ਬੰਗਾਲ ਨੂੰ। जी ਇਸ ਡਿਵੀਜ਼ਨ ਦੇ ਨਾਲ ਅ, ਸਾਰੇ ਹਿੰਦੁਸਤਾਨ ਵਿੱਚ ਸ਼ੋਰ ਮਚ ਗਿਆ ਕਿ ਇਹ ਤੇ ਬੰਗਾਲ ਦੇ ਦੋ ਹਿੱਸੇ ਕਰਤੇ ਨੇ, ਬੰਗਾਲੀ ਮਾਂ ਦੇ ਦੋ ਹਿੱਸੇ ਹੋ ਗਏ ਨੇ, जी ਔਰ ਉਹਦੇ ਵਿੱਚ ਹਿੰਦੂ ਅਪਰ ਕਾਸਟ ਭਦਰ ਲੋਕ ਜਿਹਨੂੰ ਕਹਿੰਦੇ ਨੇ, जी ਭਦਰ ਲੋਕ ਦਾ ਮਤਲਬ ਹੈ ਬੜੇ ਲੋਕ, जी ਉਹ ਇਹਦੇ ਖਿਲਾਫ ਆਏ जी जी ਕਿ ਇਹ ਸਾਡੀ ਨੈਸ਼ਨਲਿਜ਼ਮ ਦੇ ਖਿਲਾਫ ਹੈ, ਬੰਗਾਲੀਅਤ ਦੇ ਖਿਲਾਫ ਹੈ। हम्म, ਕਿਆ ਸਾਰੇ ਮੁਸਲਮਾਨ ਉਹਦੇ ਖਿਲਾਫ ਸਨ? ਸ਼ੁਰੂ 'ਚ ਤੇ ਨਹੀਂ ਸਨ, नहीं बिल्कुल ਕਿਉਂਕਿ ਜਿਹੜੇ ਮਾਲਦਾਰ ਮੁਸਲਮਾਨ ਸਨ ਉਹ ਤੇ हम्म, ਕਲਕੱਤੇ 'ਚ ਰਹਿੰਦੇ ਸਨ, हम्म, ਲਿਹਾਜ਼ਾ
ਉਹ ਵੈਸਟ ਬੰਗਾਲ ਦਾ ਹਿੱਸਾ ਬਣੇ, ਹੂੰ, ਲੇਕਿਨ ਈਸਟ ਬੰਗਾਲ ਦੇ ਜਿਹੜੇ ਮੁਸਲਮਾਨ ਸਨ ਉਹ ਜ਼ਿਆਦਾਤਰ ਪੂਅਰ ਪੈਜ਼ੈਂਟ ਸਨ, ਹੂੰ, ਔਰ ਢਾਕੇ ਦੇ ਵਿੱਚ ਚੰਦ ਮੁਸਲਮਾਨ ਨਵਾਬ ਆਫ ਢਾਕਾ ਇਹ ਉਹ ਹੈਗੇ ਸਨ। ਜੀ, ਮਗਰ ਥੋੜੀ ਦੇਰ ਦੇ ਬਾਅਦ ਹੁਣ ਤੁਸੀਂ ਇੱਕ ਪ੍ਰੋਵਿੰਸ ਦੇ ਦੋ ਹਿੱਸੇ ਕਰ ਦਿਓ, ਦੋ ਐਡਮਿਨਿਸਟ੍ਰੇਸ਼ਨ ਬਣ ਜਾਣ, ਹੂੰ, ਦੋ ਹਾਈ ਕੋਰਟਸ ਬਣ ਜਾਣ, ਜੀ, ਦੋ ਬਿਜ਼ਨਸ ਗਰੁੱਪਸ ਬਣ ਜਾਣ, ਜੀ, ਤੇ ਜੀ, ਜ਼ਾਹਿਰ ਹੈ ਯੂਨਾਈਟਿਡ ਪੰਜਾਬ ਬੰਗਾਲ ਦੇ ਵਿੱਚ ਜੀ, ਈਸਟ ਬੰਗਾਲ ਦੀ ਇਸ ਤਰ੍ਹਾਂ ਰਿਪਰੈਜ਼ੈਂਟੇਸ਼ਨ ਨਹੀਂ ਸੀ ਹੁੰਦੀ। ਹੁਣ ਉਹਨਾਂ ਦੀ ਹੋਣੀ ਸ਼ੁਰੂ ਹੋ ਗਈ, ਜੀ, ਜੀ, ਤੇ ਉਹਦੇ ਨਾਲ ਮੁਸਲਮਾਨਾਂ ਨੂੰ ਫਾਇਦਾ ਜੀ, ਹੋਇਆ। ਜੀ, ਜੀ, ਲਿਹਾਜ਼ਾ ਮੁਸਲਿਮਸ ਪਾਰਟੀਸ਼ਨ ਦੇ ਬਾਅਦ ਥੋੜੀ ਦੇਰ ਦੇ ਬਾਅਦ ਉਹਦੇ ਹੱਕ 'ਚ ਹੋ ਗਏ, ਹੂੰ, ਖਾਸ ਤੌਰ ਤੇ ਈਸਟ ਬੰਗਾਲ ਦੇ। ਹੂੰ, ਕਾਂਗਰਸ ਨੇ ਇਹ ਭਦਰ ਲੋਕ ਦੀ ਮੂਵਮੈਂਟ ਦੀ ਸਪੋਰਟ ਕੀਤੀ। ਹੂੰ, ਜੀ, ਇਨ ਹਾਲਾਤ ਦੇ ਵਿੱਚ 1906 ਦੇ ਵਿੱਚ ਸਰ ਆਗਾ ਖਾਨ, ਜੀ, ਜਿਹੜੇ ਕਿ ਇੱਕ ਮੁਸਲਮਾਨਾਂ ਦਾ ਬਹੁਤ ਛੋਟਾ ਜਿਹਾ ਸੈਕਟ ਹੈਗਾ ਇਸਮਾਈਲੀਆਂ ਦਾ, ਜੀ, ਬਹੁਤ ਅਮੀਰ ਬੰਦੇ ਸਨ। ਬਹੁਤ ਅਮੀਰ ਲੋਕ ਨੇ। ਇਹ ਉਹਨਾਂ ਦੇ ਹੀ ਵਾਸ ਦ ਥਰਡ ਆਗਾ ਖਾਨ, ਜਿਹੜੇ ਪਹਿਲੇ ਆਗਾ ਖਾਨ ਜਿਹੜੇ ਆਏ ਸਨ ਇੰਡੀਆ, ਜੀ, ਉਹਨਾਂ ਦੇ ਗ੍ਰੈਂਡਸਨ ਸਨ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ। ਜੀ, ਜੀ, ਉਸ ਤੋਂ ਪਹਿਲੇ ਇਹ ਈਰਾਨ 'ਚ ਰਹਿੰਦੇ ਸਨ, ਉੱਥੋਂ ਇਹ ਭੱਜ ਕੇ ਆਏ ਸਨ ਕਿਉਂਕਿ ਹੂੰ, ਉੱਥੋਂ ਦੇ ਬਾਦਸ਼ਾਹ ਨੇ ਇਹਨਾਂ ਨੂੰ ਕੱਢ ਛੱਡਿਆ ਸੀ। ਜੀ, ਠੀਕ ਹੈ? ਜੀ, ਜੀ, ਇਹ ਅੰਗਰੇਜ਼ ਦੇ ਬਹੁਤ ਕਰੀਬ ਸਨ। ਜੀ, ਇਹਨਾਂ ਦੀ ਕਿਆਦਤ ਵਿੱਚ ਉਸ ਜ਼ਮਾਨੇ ਦੇ ਜਿਹੜੇ ਅਪਰ ਕਰਸਟ ਮੁਸਲਮਾਨਾਂ ਦਾ ਹੈ, ਲੈਂਡਲੋਰਡਸ ਦਾ ਮੇਨਲੀ, ਜੀ, ਉਹਨਾਂ ਨੇ ਡੈਲੀਗੇਸ਼ਨ ਅਕਤੂਬਰ 1906 ਵਿੱਚ ਜਾ ਜੀ, ਕੇ ਮਿਲਿਆ ਲਾਰਡ ਮਿੰਟੋ ਨੂੰ, ਦ ਜੀ, ਵਾਇਸਰਾਏ, ਔਰ ਉਹਨੂੰ ਇੱਕ ਪਟੀਸ਼ਨ ਦਿੱਤੀ ਜਿਹੜੀ ਕਿ ਪਹਿਲੇ ਲਾਰਡ ਮੋਰਲੇ ਨੇ, ਜਿਹੜੇ ਕਿ ਸੈਕਟਰੀ ਆਫ ਸਟੇਟ ਫॉर ਇੰਡੀਆ ਸਨ, ਉਹਨਾਂ ਨੇ ਜੀ, ਉਹਨੂੰ ਅਪਰੂਵ ਕਰ ਦਿੱਤਾ ਹੋਇਆ ਸੀ, ਜਿਹਦੇ ਚ ਉਹਨਾਂ ਨੇ ਕਿਹਾ ਕਿ ਦੇਖੋ, ਮੁਸਲਮਾਨ ਹਿੰਦੁਸਤਾਨ ਦੇ ਦੋ ਸੈਂਸਿਟਿਵ ਇਲਾਕਿਆਂ 'ਚ ਰਹਿੰਦੇ ਨੇ, ਜੀ, ਨਾਰਥ ਈਸਟ ਔਰ ਨਾਰਥ ਵੈਸਟ ਵਿੱਚ, ਜੀ, ਔਰ ਉਹ ਤੁਹਾਡੀ ਉਹ ਆਰਮਡ ਕਮਿਊਨਿਟੀ ਵੀ ਹਨ। ਜੀ, ਲਿਹਾਜ਼ਾ ਉਹਨਾਂ ਨੂੰ ਤੁਸੀਂ ਨਾਲ ਆਪਣੇ ਰੱਖੋ, ਔਰ ਤਰੀਕਾ ਇਹ ਵੇ ਕਿ ਇਹਨਾਂ ਨੂੰ ਸੈਪਰੇਟ ਇਲੈਕਟ੍ਰੇਟਸ ਦੇ ਦਿਓ, ਔਰ ਜੀ, ਇਹਨਾਂ ਨੂੰ ਵੇਟੇਜ ਵੀ ਦੇ ਦਿਓ। ਦੋ ਚੀਜ਼ਾਂ, ਜੀ, ਸੈਪਰੇਟ ਇਲੈਕਟ੍ਰੇਟ ਯਾਨੀ ਕਿ ਮੁਸਲਮਾਨ ਨੂੰ ਇਲੈਕਟ ਕਰਨ, ਜੀ, ਔਰ ਵੇਟੇਜ ਕਿ ਜਿੰਨੀ ਇਹਨਾਂ ਦੀ ਪਰਸੈਂਟੇਜ ਹੈ ਪੋਪੂਲੇਸ਼ਨ ਦੀ, ਉਸ ਤੋਂ ਜ਼ਿਆਦਾ ਜੀ, ਸੀਟਾਂ ਵੀ ਦਿਓ। ਜੀ। ਤੁਹਾਨੂੰ ਨਹੀਂ ਡਾਕਟਰ ਇਹ ਸਾਹਿਬ ਲੱਗਦਾ ਕਿ ਇਸੇ ਹਾਂਜੀ, ਗੱਲ ਤੋਂ ਹੀ ਪਾਰਟੀਸ਼ਨ ਦੀ ਨੀਂਹ ਰੱਖੀ ਗਈ ਸੀ ਜਦੋਂ ਇੱਕ ਸੈਪਰੇਟ ਇਲੈਕਟੋਰਲ ਦੇ ਦਿੱਤਾ ਗਿਆ? ਜੀ, ਜੀ, ਬਿਲਕੁਲ। ਮੈਂ ਹੀ ਤੁਹਾਨੂੰ ਦੱਸਿਆ ਸ਼ੁਰੂ ਦੱਸਿਆ ਸੀ ਨਾ ਹੂੰ, ਕਿ 1909 ਵਿੱਚ ਮੁਸਲਮਾਨਾਂ ਨੂੰ, ਜੀ, 1919 ਚ ਸਿੱਖਾਂ ਨੂੰ ਦੇ ਦਿੱਤੇ ਇਹ ਹੀ ਜੀ, ਰਾਈਟ। ਜੀ, ਜੀ, ਠੀਕ ਹੈ? ਜੀ, ਪੰਜਾਬ ਵਿੱਚ ਸਿੱਖਾਂ ਨੂੰ ਅਲੱਗ ਕਰਤਾ ਬਾਕੀਆਂ ਤੋਂ, ਜੀ, ਹਿੰਦੁਸਤਾਨ ਵਿੱਚ ਮੁਸਲਮਾਨਾਂ ਨੂੰ ਅਲੱਗ ਕਰਤਾ ਬਾਕੀਆਂ ਤੋਂ। ਜੀ, ਇਹ ਜੀ, ਪਾਲਿਸੀ ਸੀ ਅੰਗਰੇਜ਼ ਦੀ, ਜੀ, ਸਮਝ ਜੀ, ਜੀ, ਗਏ? ਬਿਲਕੁਲ ਜੀ। ਤੇ ਖੈਰ, ਉਹਦੇ ਬਾਅਦ ਡਿਸੰਬਰ 30th ਜੀ, 1906 ਨੂੰ ਇਹੀ ਗਰੁੱਪ ਜਿਹੜਾ ਹੈ ਢਾਕੇ 'ਚ ਮਿਲਿਆ, ਹੂੰ, ਔਰ ਆਲ ਇੰਡੀਆ ਮੁਸਲਿਮ ਲੀਗ ਦੀ ਬੁਨਿਆਦ ਰੱਖੀ ਗਈ। ਜੀ, ਲਿਹਾਜ਼ਾ ਇਹ ਪਾਰਟੀ ਸ਼ੁਰੂ ਤੋਂ ਸਿਰਫ ਮੁਸਲਮਾਨਾਂ ਦੇ ਇੰਟਰਸਟ ਲਈ ਕੰਮ ਕਰਦੀ ਰਹੀ। ਹੂੰ, ਉਹਦੇ ਨਾਲ ਕਦੀ-ਕਦੀ ਕਾਂਗਰਸ ਨਾਲ ਕੋਆਪਰੇਸ਼ਨ ਵੀ ਕੀਤੀ, ਲੇਕਿਨ ਬਾਅਦ ਵਿੱਚ ਫਿਰ ਕਾਂਗਰਸ ਦੀ ਦੁਸ਼ਮਣੀ ਨਾਲ ਜਾਂ ਉਹਦੀ ਕੰਪੀਟੀਸ਼ਨ ਵਿੱਚ ਇਹਨਾਂ ਨੇ ਸਿਆਸਤ ਕੀਤੀ। ਜੀ, ਮਗਰ ਇਹ ਅੰਗਰੇਜ਼ ਨਵਾਜ਼ ਰਹੇ। ਬਿਲਕੁਲ, ਕਾਂਗਰਸ ਖਾਸ ਤੌਰ ਤੇ ਜਦੋਂ ਮਹਾਤਮਾ ਗਾਂਧੀ ਦੀ ਔਰ ਮੈਸ ਮੂਵਮੈਂਟ ਆ ਗਈ, ਜੀ, ਉਹ ਐਂਟੀ ਬ੍ਰਿਟਿਸ਼ ਉਹਦਾ ਮੋਡ ਹੋ ਗਿਆ। ਜੀ, ਇਹ ਅਗਲੀਆਂ ਗੱਲਾਂ ਨੇ ਜੀ, ਜਿਹੜੀ ਜੀ, ਅਸੀਂ ਸ਼ੁਰੂ ਦੀ ਗੱਲ ਕੀਤੀ ਹੈ। ਜੀ, ਠੀਕ ਹੈ? ਜੀ, ਅਕਾਲੀ ਦਲ ਜਿਹੜੀ ਹੈ ਇਹ ਤੇ ਬੜੀ ਦੇਰ ਦੇ ਬਾਅਦ ਬਣੀ ਹੈ ਨਾ। ਹਾਂਜੀ, ਇਹ ਤੇ ਮੇਹਲ ਉਹ ਜਿਹੜੀ ਇਹ 1920 ਮਹੰਤਾਂ ਦੀ ਮੂਵਮੈਂਟ ਜੀ, ਜਦੋਂ ਸ਼ੁਰੂ ਹੋਈ ਸੀ ਤੇ ਉਦੋਂ ਨਹੀਂ ਬਣੀ ਹੈ ਬਿਲਕੁਲ, ਅਕਾਲੀ ਹਾਂਜੀ, ਦਲ। ਉਸੇ ਟਾਈਮ ਉਹ ਮਹੰਤਾਂ ਦੀ ਮੂਵਮੈਂਟ ਤੋਂ ਬਾਅਦ ਹੀ, ਹਾਂਜੀ, ਹਾਂ, ਮੇਹਲ 1920 20 ਦੇ ਵਿੱਚ, ਹਾਂਜੀ, 1920 ਦੇ ਵਿੱਚ। ਜੀ, 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 ਲਿਹਾਜ਼ਾ ਇਹ ਬਿਟ ਲੇਟਰ 1919 ਚ ਸਿੱਖਾਂ ਨੂੰ ਸੈਪਰੇਟ ਇਲੈਕਟ੍ਰੇਟ ਐਨ ਸਿੱਖਾਂ ਨੇ ਦਵਾ ਲਈ ਹੋਈ ਸੀ, ਓਕੇ, ਔਰ ਫਿਰ ਇਹਨਾਂ ਦੀ ਕਮਿਊਨਲ ਪਾਰਟੀ ਬਣ ਗਈ ਅਕਾਲੀ ਪਾਰਟੀ। ਜੀ, 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 ਇਸ ਤਰ੍ਹਾਂ ਹੈ। ਜੀ, ਜੀ, ਜੀ। ਤੇ ਇਸ ਤੋਂ ਇਹ ਤਿੰਨੇ ਪਾਰਟੀਆਂ ਤਾਂ ਬਣ ਗਈਆਂ ਤੇ ਉਸ ਤੋਂ ਬਾਅਦ ਜੀ, ਜਿਹੜੇ ਫਿਰਕੂ ਹਾਲਾਤ ਪੈਦਾ ਹੋਏ 1900 ਯਾਨੀ ਕਿ 46 ਤੋਂ ਪਹਿਲਾਂ, ਹੋਰ ਤੁਸੀਂ ਕਿਹੜੇ-ਕਿਹੜੇ ਇਵੈਂਟ ਨੂੰ ਮੰਨਦੇ ਹੋ ਕਿ ਉਹਨਾਂ ਇਵੈਂਟ ਦੇ ਕਰਕੇ ਫਿਰਕੂ ਜਿਹੜੇ ਤਣਾਅ ਵਧੇ ਇੱਕ ਕਮਿਊਨਿਟੀ ਤੇ ਦੂਜੀ ਕਮਿਊਨਿਟੀ ਦੇ ਨਾਲ? ਅੱਛਾ, ਤਣਾਅ ਤੇ ਵਧੇ ਨੇ। ਦੇਖੋ ਜੀ,
ਜੇ ਅਸੀਂ ਖਿਲਾਫਤ ਮੂਵਮੈਂਟ ਨੂੰ ਲਈਏ ਉਸ ਤੇ ਜ਼ਰਾ ਸਵਾਲ ਕਰ ਲਈਏ। ਜੀ, ਖਿਲਾਫਤ ਬਿਲਕੁਲ, ਮੂਵਮੈਂਟ ਬਿਲकुल, बिल्कुल बहुत ज़रूरी है। 1920 ਦੀ ਮੂਵਮੈਂਟ ਹੈ। जी, ਉਹਦੀ ਬੈਕਗ੍ਰਾਉਂਡ ਇਹ ਵੇ ਕਿ ਫਰਸਟ ਵਰਲਡ ਵਾਰ ਦੇ ਵਿੱਚ जी, ਜਦੋਂ ਆਟੋਮਨ ਟਰਕਸ, ਉਸ ਜ਼ਮਾਨੇ 'ਚ ਤੁਰਕਾਂ ਦੀ ਇੱਕ ਬੜੀ ਐਮਪਾਇਰ ਹੁੰਦੀ ਸੀ, बिल्कुल जी। उस्मानिया। ਉਸਮਾਨੀਆ। ਉਹਨਾਂ ਨੇ ਜਰਮਨੀ ਦੇ ਨਾਲ ਮਿਲ ਕੇ जी, ਤੇ ਬਰਤਾਨੀਆ, ਫਰਾਂਸ ਔਰ ਰਸ਼ੀਆ ਦੇ ਨਾਲ ਜੰਗ ਕੀਤੀ। जी, जी, ਹੁਣ ਜਦੋਂ ਜੰਗ ਸ਼ੁਰੂ ਹੋ ਗਈ ਤੇ ਜਿਹੜੀ ਬ੍ਰਿਟਿਸ਼ ਇੰਡੀਅਨ ਆਰਮੀ ਸੀ, 2 ਆਰਮੀ ਸਨ, ਇੱਕ ਬ੍ਰਿਟਿਸ਼ ਆਰਮੀ ਜਿਹਦੇ ਸਿਰਫ ਅੰਗਰੇਜ਼ ਹੁੰਦੇ ਸਨ, जी, ਇੱਕ ਬ੍ਰਿਟਿਸ਼ ਇੰਡੀਅਨ ਆਰਮੀ ਜਿਹਦੇ 'ਚ ਅੰਗਰੇਜ਼ ਅਫਸਰ ਹੁੰਦੇ ਸਨ ਤੇ ਸਿੱਖ, ਹਿੰਦੂ, ਮੁਸਲਮਾਨ, ਇਹ ਨਾਨ ਕਮਿਸ਼ਨਡ ਆਫਿਸਰ जी, ਔਰ ਆਰਮ ਟਰੂਪਸ ਹੁੰਦੇ ਸਨ। ਬਾਅਦ जी, ਵਿੱਚ ਇਹਨਾਂ ਨੂੰ ਵੀ ਕਮਿਸ਼ਨਡ ਆਫਿਸ ਮਿਲੇ, ਮਗਰ ਵੈਰੀ ਲੇਟ ਐਂਡ ਜੂਨੀਅਰ, ਸਮਝ जी, ਗਏ? जी, जी, ਤੇ ਬ੍ਰਿਟਿਸ਼ ਇੰਡੀਅਨ ਆਰਮੀ ਦੇ ਵਿੱਚ ਬਹੁਤ ਜ਼ਿਆਦਾ ਤਾਦਾਦ ਮੁਸਲਮਾਨਾਂ ਦੀ ਸੀ। जी, ਪ੍ਰੋਬਲਮ ਇਹ ਹੋ ਗਿਆ ਕਿ ਜਿਹੜਾ ਇਹਨਾਂ ਦਾ ਰੂਲਰ ਸੀ ਉਸਮਾਨੀਆ ਖਿਲਾਫਤ ਦਾ, हुँ, ਉਹਨੂੰ ਜਿਹੜੇ ਸੁੰਨੀ ਮੁਸਲਮਾਨ ਸਨ ਖਲੀਫਾ ਮੰਨਦੇ ਸਨ ਦੁਨੀਆ ਦਾ, हुँ, ਮੁਸਲਮਾਨਾਂ ਦਾ। बिल्कुल। ਹੁਣ ਕਿਆ ਅੰਗਰੇਜ਼ਾਂ ਲਈ ਜਾ ਕੇ ਜੰਗ ਖਲੀਫਾ ਦੇ ਖਿਲਾਫ ਲੜੀ ਜਾ ਸਕਦੀ ਹੈ? ਨਹੀਂ, ਇਸ ਤੇ ਇੱਕ ਪ੍ਰੋਬਲਮ ਹੋ ਗਿਆ। हुँ, ਲੇਕਿਨ ਅੰਗਰੇਜ਼ਾਂ ਦਾ ਜਵਾਬ ਨਹੀਂ, ਉਹਨਾਂ ਨੇ ਜਾ ਕੇ ਮੁਸਲਮਾਨਾਂ ਦੇ ਕਈ ਸੈਕਟ ਹੈਗੇ ਨੇ, ਜਿਸ ਤਰ੍ਹਾਂ ਸਿੱਖਾਂ ਦੇ ਵਿੱਚ ਕੁਝ ਖਾਲਸਾ ਨੇ, ਕੁਝ ਨਿਰੰਕਾਰੀ ਨੇ, ਕੁਝ कुछ नामधारी ने ਸਾਧਧਾਰੀ ਨੇ, और ਹਾਂ ਬਿਲकुल हाँ जी, हाँ जी, ਨਾਮਧਾਰੀ ਨੇ, उदासी ਹਾਂਜੀ ने, हाँ ਇਸ जी, ਤਰ੍ਹਾਂ ਹੀ, ਹਾਂਜੀ। ਤੇ ਉਹ ਗਏ ਬਰੇਲਵੀਆਂ ਦੇ ਕੋਲ। जी, ਬਰੇਲਵੀ ਹੈ ਸਭ ਤੋਂ ਵੱਡਾ ਗਰੁੱਪ ਮੁਸਲਮਾਨਾਂ ਦਾ, ਸੁੰਨੀਆਂ ਦਾ, बिल्कुल जी। ਜਿਹੜਾ ਕਿ ਪੀਰਾਂ ਦੇ 'ਚ ਬੜਾ ਯਕੀਨ ਰੱਖਦਾ ਹੈ, ਮਜ਼ਾਰਾਂ ਦਾ ਬੜਾ इबादत है, ਯਕੀਨ हाँ जी, ਰੱਖਦਾ ਹੈ जी, ਔਰ ਤਵੀਜ਼ ਧਾਗਿਆਂ ਦੇ ਤੇ ਬਹੁਤ ਉਹਨਾਂ ਦਾ ਕੰਮ ਹੁੰਦਾ ਹੈ, ਠੀਕ जी, ਹੈ? जी, जी, ਉਹ ਗਏ ਉਹਨਾਂ ਕੋਲੋਂ ਫਤਵਾ ਲੈ ਲਿਆ। ਫਤਵਾ ਹੁੰਦਾ ਹੈ ਰਿਲੀਜੀਅਸ ਰੂਲਿੰਗ, जी, 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 ਕਿ ਕਿਉਂਕਿ ਜਿਹੜੇ ਤੁਰਕ ਨੇ ਇਹ ਤੇ ਪ੍ਰੋਫਿਟ ਮੁਹੰਮਦ ਦਾ ਜਿਹੜਾ ਟ੍ਰਾਈਬ ਸੀ, ਕੁਰੈਸ਼ ਉਹਦੇ 'ਚੋਂ ਨਹੀਂ ਨੇ, जी, ਲਿਹਾਜ਼ਾ ਕਲਾਸੀਕਲ ਸੁੰਨੀ ਥਿਊਰੀ ਦੇ ਮੁਤਾਬਿਕ ਉਹ ਤੇ ਖਲੀਫਾ ਹੋ ਹੀ ਨਹੀਂ ਸਕਦੇ। अच्छा जी, ਖਲੀਫਾ ਉਹੀ ਹੋ ਸਕਦਾ ਜਿਹੜਾ ਕੁਰੈਸ਼ ਟ੍ਰਾਈਬ ਵਿੱਚ ਹੋਵੇ। जी, ਹਾਲਾਂਕਿ ਸੱਚੀ ਗੱਲ ਹੈ ਕਿ ਉਦੋਂ ਕੁਰੈਸ਼ ਟ੍ਰਾਈਬ ਦਾ ਨਾ ਕੋਈ ਨਾਂ ਸੀ, ਨਾ ਨਿਸ਼ਾਨ ਸੀ ਇਸ, ਮਗਰ ਉਹਨਾਂ ਨੇ ਫਤਵਾ ਲੈ ਲਿਆ। ठीक, ਉਹਦੇ ਨਾਲ ਸਾਰੇ ਪੰਜਾਬ ਔਰ ਇੱਧਰ ਦੇ ਫਿਰ ਪੀਰਾਂ ਨੇ ਜਿਹੜੇ ਹੁੰਦੇ ਨੇ ਨਾ, जी, ਗੱਦੀਆਂ ਦੇ ਉੱਤੇ ਬੈਠੇ ਹੋਏ, मैं ਉਹ ਅੰਗਰੇਜ਼ਾਂ ਦੇ ਤਹਿਤ ਸਨ ਨਾ, जी, ਅੰਗਰੇਜ਼ ਉਹਨਾਂ ਨੂੰ ਪਾਲਦੇ ਸਨ। जी, 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 ਉਹਨਾਂ ਨੇ ਆਪਣੇ ਇਲਾਕਿਆਂ 'ਚ ਮੁਸਲਮਾਨਾਂ ਨੂੰ ਫੌਜ ਦੇ ਵਿੱਚ ਭਰਤੀ ਵੀ ਕਰਾਇਆ ਔਰ ਉਹ ਜਾ जी, ਕੇ ਲੜੇ ਅੰਗਰੇਜ਼ ਲਈ, जी, जी, ਠੀਕ ਹੈ? जी, ਜਦੋਂ ਇਹ ਹੋਇਆ जी, ਤੇ ਜੰਗ ਖਤਮ ਹੋ ਗਈ ਤੇ ਫਿਰ ਉਹਨਾਂ ਨੇ ਸਜ਼ਾ ਵੀ ਦੇਣੀ ਹੁੰਦੀ ਹੈ ਨਾ ਕਿ ਕੌਣ-ਕੌਣ ਤੁਹਾਡੇ ਖਿਲਾਫ ਲੜਿਆ ਹੈ। जी, 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 ਤੇ ਉਹਨਾਂ ਨੇ ਸਾਰੀ ਆਟੋਮਨ ਐਮਪਾਇਰ ਦੀ ਜਿਹੜੀਆਂ ਨਾਨ ਟਰਕਿਸ਼ ਇਲਾਕੇ ਸਨ ਨਾ, ਉਹ ਉਹਨਾਂ ਕੋਲੋਂ ਉਹਨਾਂ ਨੇ ਲੈ ਲਏ। ਮਿਡਲ ਈਸਟ ਫॉर ਐਗਜ਼ਾਮਪਲ, ਇਹ जी, ਜਿਹੜਾ ਅੱਜ ਈਰਾਨ ਨਹੀਂ, ਇਰਾਕ, हाँ, लीबिया, ਜਾਰਡਨ, ਸਾਊਦੀ ਅਰੇਬੀਆ, ਇਹ ਸੀਰੀਆ, ਇਹ ਸਾਰੇ ਇਲਾਕੇ, जी, ਇਹ ਉਹਨਾਂ ਨੇ ਲੈ ਕੇ ਤੇ ਫਰਾਂਸ ਔਰ ਬਰਤਾਨੀਆ ਨੂੰ ਅੰਡਰ ਮੈਂਡੇਟ ਦਿੱਤਾ ਕਿ ਤੁਸੀਂ ਇਹਨਾਂ ਨੂੰ ਮੈਨੇਜ ਕਰੋ हुँ, ਅੰਟਿਲ ਯੂ ਟ੍ਰਾਂਸਫਰ ਪਾਵਰ, ਠੀਕ ਹੈ? जी, ਇਹ ਫੈਸਲਾ ਹੋ ਗਿਆ। जी, ਉਹਦੇ ਵਿੱਚੋਂ ਬਾਅਦ ਵਿੱਚ ਇਜ਼ਰਾਈਲ ਵੀ ਨਿਕਲਿਆ, ਬਿਕੋਜ਼ ਹੋਇਆ ਇਹ ਸੀ ਕਿ ਜੰਗ ਦੇ ਦੌਰਾਨ ਅੰਗਰੇਜ਼ਾਂ ਨੇ ਅਰਬਾਂ ਨੂੰ ਵੀ ਨਾਲ ਮਿਲਾ ਲਿਆ ਸੀ, ਕਹਿ ਕੇ ਕਿ ਬਈ ਇਸਲਾਮ ਤੇ ਅਰਬਾਂ ਦਾ ਹੈਗਾ ਹੈ, ਕੁਰਾਨ ਅਰਬੀ 'ਚ ਆਇਆ ਹੈ, जी, ਰਸੂਲ ਅੱਲਾ ਵੀ ਅਰਬ ਸਨ, ਤੇ जी, ਤੁਰਕ ਤੁਹਾਡੇ ਤੇ ਕਿਉਂ ਰੂਲ ਕਰਦੇ ਨੇ? ਤੁਸੀਂ बिल्कुल, ਤੁਰਕਾਂ ਤੋਂ ਅਲੱਗ ਹੋਵੋ ਤੇ ਇਹ ਸਾਰੇ ਇਲਾਕੇ 'ਚ ਅਸੀਂ ਤੁਰਕ ਅਰਬ ਬਾਦਸ਼ਾਹਤਾਂ ਕਾਇਮ ਕਰ ਦਿਆਂਗੇ, ਠੀਕ ਹੈ? जी, 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 बिल्कुल, ਲਿਹਾਜ਼ਾ ਖਿਲਾਫਤ ਮੂਵਮੈਂਟ ਦੇ ਵਿੱਚ ਹਿੰਦੁਸਤਾਨ ਦੇ ਮੁਸਲਮਾਨਾਂ ਦਾ ਪ੍ਰੋਬਲਮ ਹੋ ਗਿਆ ਵਾਟ ਟੂ ਡੂ ਨਾਓ, हुँ, ਕਿ ਜਦੋਂ ਜੰਗ ਹੋ ਰਹੀ ਸੀ ਤੇ ਅੰਗਰੇਜ਼ ਕਹਿੰਦੇ ਸਨ ਠੀਕ ਹੈ ਅਸੀਂ ਜਿਹੜੇ ਤੁਹਾਡੇ ਹੋਲੀ ਇਲਾਕੇ ਨੇ ਨਾ, ਮੱਕਾ ਮਦੀਨਾ ਔਰ ਮਿਡਲ ਈਸਟ, ਉਹਨੂੰ ਅਸੀਂ ਟੱਚ ਨਹੀਂ ਕਰਾਂਗੇ। हुँ, ਮਗਰ ਜੰਗ ਦੇ ਬਾਅਦ ਤੇ ਉਹਨਾਂ ਨੇ ਉਹ ਸਾਰੇ ਛੀਨ ਲਏ ਉਹਨਾਂ ਕੋਲੋਂ। बिल्कुल, ਤੇ ਫਿਰ ਖਿਲਾਫਤ ਮੂਵਮੈਂਟ ਸ਼ੁਰੂ ਹੋਈ ਕਿ ਇਹ ਜਿਹੜਾ ਪ੍ਰੋਮਿਸ ਦਿੱਤੀ ਗਈ ਸੀ ਉਹਨੂੰ ਪੂਰੀ ਕਰੋ ਤੁਸੀਂ। जी, ਹੁਣ ਮੁਸਲਮਾਨਾਂ ਦਾ ਪ੍ਰੋਬਲਮ ਸੀ ਕਿ ਜੇ ਉਹ ਇੱਕ ਐਜੀਟੇਸ਼ਨ ਸ਼ੁਰੂ ਕਰਦੇ ਨੇ
ਹੂੰ, ਤੇ ਉਹਨਾਂ ਦੇ ਨਾਲ ਹੋਰ ਕੋਈ ਨਹੀਂ, ਤੇ ਉਹ ਐਜੀਟੇਸ਼ਨ ਦਾ ਤਾਂ ਕੋਈ ਮਤਲਬ ਨਹੀਂ ਹੈ ਕਿਉਂਕਿ ਉਹ ਮਾਈਨੋਰਿਟੀ ਸਨ। ਬਿਲਕੁਲ, ਹਾਂਜੀ। ਉਹ ਫਿਰ ਮਹਾਤਮਾ ਗਾਂਧੀ ਕੋਲ ਗਏ। ਜੀ। ਮਹਾਤਮਾ ਗਾਂਧੀ ਨੇ ਐਕਸੈਪਟ ਕਰ ਲਿਆ ਕਿ ਠੀਕ ਹੈ, हुँ, ਅਸੀਂ ਤੁਹਾਡੀ ਮਦਦ ਕਰਨੇ ਆ। जी, ਔਰ ਉਹਨਾਂ ਨੇ ਕਾਂਗਰਸ, ਹਾਲਾਂਕਿ ਕਾਂਗਰਸ ਇਹਦੇ ਹੱਕ 'ਚ ਨਹੀਂ ਸੀ, जी, ਲੇਕਿਨ ਉਹਨਾਂ ਨੇ ਆਪਣੀ ਲੀਡਰਸ਼ਿਪ ਦੀ ਵਜ੍ਹਾ ਨਾਲ ਕਾਂਗਰਸ ਨੂੰ ਵੀ ਮਨਾ ਲਿਆ। हुँ, ਪੰਜਾਬ ਦੇ ਹਿੰਦੂਆਂ ਦੀ ਇੱਕ ਹੈ ਇਨਸਾਨ, ਇੱਕ ਸੋਮ ਆਨੰਦ, ਪੰਜਾਬ ਦੇ ਅਸੀਂ ਬਾਰ-ਬਾਰ ਗੱਲ ਕਰ ਰਹੇ ਹਾਂ ਨਾ, जी, बिल्कुल। ਉਹਨਾਂ ਦੀ ਕਿਤਾਬ ਹੈ ਲਾਹੌਰ ਏ ਲੋਸਟ ਸਿਟੀ ਔਰ ਸਮਥਿੰਗ, ਉਹ ਮੇਰੇ ਕੋਲ ਹੈ, ਤੁਸੀਂ ਵੀ ਦੇਖ ਲੈਣਾ, ਸੋਮ ओके, ਆਨੰਦ ਦੀ। जी, जी। ਉਹਦੇ 'ਚ ਉਹ ਲਿਖਦੇ ਨੇ ਕਿ ਖਿਲਾਫਤ ਮੂਵਮੈਂਟ ਜਦੋਂ ਸ਼ੁਰੂ ਹੋਈ हुँ, ਤੇ ਹਿੰਦੂ ਔਰ ਮੁਸਲਮਾਨਾਂ 'ਚ ਭਰਾਵਾਂ ਦਾ ਰਿਸ਼ਤਾ ਪੈਦਾ ਹੋ ਗਿਆ, ਕਿਉਂਕਿ ਮਹਾਤਮਾ ਗਾਂਧੀ ਦੀ ਜਿਹੜੀ ਇੱਕ ਓਥ ਲਈ ਗਈ ਸੀ ਨਾ, ਉਹ ਇਹ ਸੀ ਕਿ ਅੱਜ ਤੋਂ ਹਿੰਦੂ ਮੁਸਲਮਾਨ ਸਾਰੇ ਭਰਾ ਨੇ। ओके। ਉਹ ਇੱਕ ਓਥ ਵੀ ਹੈ, ਉਹ ਵੀ ਤੁਸੀਂ ਦੇਖ ਲੈਣਾ। जी, जी, ਤੇ ਅਸੀਂ ਸਾਰੇ ਮਿਲ ਕੇ ਹਿੰਦੁਸਤਾਨ ਔਰ ਅੰਗਰੇਜ਼ੀ ਸਾਮਰਾਜ ਨੂੰ ਖਤਮ ਕਰਾਂਗੇ। जी, जी, बिल्कुल। ਇਹ ਐਜੀਟੇਸ਼ਨ ਜਦੋਂ ਸ਼ੁਰੂ ਹੋਈ जी, ਤੇ ਜ਼ਾਹਿਰ ਹੈ ਇਹਦੇ 'ਚ ਬਹੁਤ ਲੋਕਾਂ ਨੇ ਪਾਰਟਿਸਿਪੇਟ ਕੀਤਾ, ਸਾਰੇ जी, ਹਿੰਦੁਸਤਾਨ ਵਿੱਚ ਫੈਲਦੀ ਗਈ। जी, ਲੇਕਿਨ ਮਹਾਤਮਾ ਗਾਂਧੀ ਰਾਈਟ ਔਰ ਰੋਂਗ ਮੈਂ ਉਹਨਾਂ ਦੇ ਹੱਕ 'ਚ ਨਹੀਂ ਬੋਲ ਰਿਹਾ, जी, ਨਾ ਹੀ ਖਿਲਾਫ ਬੋਲ ਰਿਹਾ। जी, ਜਦੋਂ ਉਹਨਾਂ ਦੀ ਮੂਵਮੈਂਟ ਵਾਇਲੈਂਸ ਵੱਲ ਗਈ ਹੈ, ਉਹ ਉਸ ਤੋਂ ਅਲੱਗ ਹੋ ਗਏ ਨੇ। बिल्कुल। हाँ जी, ये तो है। ਇਹਦੇ ਵਿੱਚ ਇਹਦੇ 'ਚ 1921 ਦੇ ਵਿੱਚ ਚੋਰਾ-ਚੋਰੀ ਇੱਕ ਜਗ੍ਹਾ ਹੈਗੀ ਹੈ। जी, जी, ਉਹਦੇ ਵਿੱਚ ਇਹ ਜਿਹੜਾ ਇੱਕ ਹੈ ਸੀ ਨਾ, ਇੱਕ ਮੌਬ, ਉਹਨਾਂ ਨੇ ਜਾ ਕੇ ਪੁਲਿਸ ਸਟੇਸ਼ਨ ਵਿੱਚ ਕੋਈ 22-23 ਪੁਲਿਸਮੈਨ ਮਾਰਤੇ। जी, आग लगाती ਜਦੋਂ थी। ਉਹਨਾਂ ਨੇ ਉਹ ਜਦੋਂ ਉਹਨਾਂ ਨੇ ਪੁਲਿਸਮੈਨ ਮਾਰਤੇ ਤੇ ਮਹਾਤਮਾ ਗਾਂਧੀ ਨੇ ਕਿਹਾ ਕਿ ਮੈਂ ਇਸ ਤੋਂ ਅਲੱਗ ਹੋ ਰਿਹਾ। जी, ਜਿਹਦੇ ਨਾਲ ਫਿਰ ਕਈ ਜਿਹੜੇ ਸਨ ਨਾ ਕੱਟੜ ਮੁਸਲਮਾਨ, ਉਹ ਮਹਾਤਮਾ ਗਾਂਧੀ ਦੇ ਖਿਲਾਫ ਵੀ ਹੋ ਗਏ हुँ, ਕਿ ਬਈ ਸਾਨੂੰ ਪੁੱਛੇ ਬਗੈਰ ਇਹਨਾਂ ਨੇ ਖਿਲਾਫਤ ਮੂਵਮੈਂਟ ਨੂੰ ਖਤਮ ਕਰਤਾ ਹੈ। हुँ, हुँ, ਲੇਕਿਨ ਨਾਲ-ਨਾਲ ਕੀ ਹੋਇਆ, जी, 1921 ਦੇ ਵਿੱਚ ਹੀ ਸਾਊਥ ਇੰਡੀਆ 'ਚ ਮੋਪਲਾ ਮੁਸਲਮਾਨ ਸਨ, ਮਾਲਾਬਾਰ ਕੋਸਟ ਤੇ। बिल्कुल, बिल्कुल। हाँ जी, बहुत मशहूर इंसिडेंट है। ਹਾਂ, ਉਹਨਾਂ ਨੇ ਉੱਥੇ ਜਿਹੜੇ ਲੈਂਡਲੋਰਡ ਸਨ, ਉਹਨਾਂ ਤੇ ਹਮਲਾ ਕਰਕੇ ਕਈਆਂ ਨੂੰ ਮਾਰ ਛੱਡਿਆ, ਜਿਹਨੇ ਤੋਂ बिल्कुल, ਮੈਜੋਰਿਟੀ ਹਿੰਦੂਆਂ ਦੀ ਸੀ। जी, ਹੁਣ ਇਹ ਨਹੀਂ ਪਤਾ ਕਿ ਉਹਨਾਂ ਨੇ ਇੰਡੀਪੈਂਡੈਂਟਲੀ ਕੀਤੀ हुँ, ਜਾਂ ਇਹ ਮੂਵਮੈਂਟ ਕਿਆ कहते हैं ਸੀਆਈਡੀ ਦਾ ਕੋਈ ਕੰਮ ਸੀ, ਜਾਂ ਇੰਨਾ ਹੈ ਕਿ ਕਾਂਗਰਸ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਇੱਕ ਇਨਵੈਸਟੀਗੇਸ਼ਨ ਕਮੇਟੀ ਜਾ हुँ, ਕੇ ਉੱਥੇ ਪਤਾ ਕਰੇ ਕਿ ਹੋਇਆ ਕੀ ਹੈ। जी, ਉਹਦੀ जी, ਇਜਾਜ਼ਤ ਨਹੀਂ ਦਿੱਤੀ ਗਈ। जी, ਅੰਗਰੇਜ਼ਾਂ ਨੇ ਉਹਦੀ ਇਜਾਜ਼ਤ ਨਹੀਂ ਦਿੱਤੀ। ठीक। ਮਗਰ ਅੱਜ-ਕੱਲ੍ਹ ਹਿੰਦੂ ਰਾਈਟ ਵਿੰਗ ਦੇ ਵਿੱਚ ਕਿਹਾ ਜਾਂਦਾ ਹੈ ਕਿ ਦੇਖੋ ਅਸੀਂ ਇਹਨਾਂ ਦਾ ਸਾਥ ਦਿੱਤਾ, हुँ, ਲੇਕਿਨ ਇਹਨਾਂ ਨੇ 1921 'ਚ ਹਮਲਾ ਕਰਤਾ, ਲਿਹਾਜ਼ਾ ਖਿਲਾਫਤ ਮੂਵਮੈਂਟ ਜਿਹੜੀ ਹੈ ਇਹ ਇੱਕ ਅਗਰੈਸਿਵ ਇਸਲਾਮ ਦੀ ਨਿਸ਼ਾਨੀ ਸੀ। हुँ, हुँ, ਇਹ ਅੱਜ-ਕੱਲ੍ਹ ਰਿਵੀਜ਼ਨਿਸਟ ਰਾਈਟ ਵਿੰਗ ਹਿੰਦੂ ਇਸ ਤਰ੍ਹਾਂ ਇਹਨੂੰ ਇੰਟਰਪ੍ਰੇਟ ਕਰਦੇ ਨੇ। जी, जी, ਲੇਕਿਨ ਉਸ ਜ਼ਮਾਨੇ ਦਾ ਰਿਕਾਰਡ ਨਹੀਂ ਦੱਸਦਾ ਕਿ ਉਹਨਾਂ ਦਾ ਕੋਈ ਵੀ ਤਾਲੁਕ ਸੀ ਖਿਲਾਫਤ ਮੂਵਮੈਂਟ ਨਾਲ। जी, ਇਹ ਕੋਈ ਲੋਕਲੀ ਹੋਇਆ ਔਰ ਐਨ ਮੁਮਕਿਨ ਹੈ ਇਹਦੇ ਵਿੱਚ ਉੱਥੋਂ ਦੇ ਲੋਕਲ ਜਿਹੜੇ ਹੁੰਦੇ ਨਾ ਗੁੰਡਾ ਔਰ ਇਹ ਉਹਦੇ ਜ਼ਰੀਏ ਅੰਗਰੇਜ਼ਾਂ ਨੇ ਇਹ ਇੱਕ ਝਗੜਾ ਕਰਾ ਦਿੱਤਾ ਹੋਏ। ओके, ਇੱਕ ਹੋਰ ਚੀਜ਼ ਤੁਸੀਂ ਨੋਟ ਕਰ ਲਓ, जी, 1924 ਦੇ ਵਿੱਚ ਕੋਹਾਟ ਹੈਗਾ ਹੈ, ਇਹ ਨਾਰਥ ਵੈਸਟ ਫਰੰਟੀਅਰ ਦੇ ਵਿੱਚ। ਹਾਂਜੀ, जी, जी, ਉਹਦੇ ਵਿੱਚ ਪਤਾ ਲੱਗਾ ਕਿ ਕੋਈ ਕਿਤਾਬ ਪਬਲਿਸ਼ ਹੋਈ ਹੈ ਜਿਹਦੇ ਵਿੱਚ ਪ੍ਰੋਫਿਟ ਆਫ ਇਸਲਾਮ ਰਸੂਲੁੱਲਾਹ ਦੇ ਖਿਲਾਫ ਕੋਈ ਬੁਰੀ ਗੱਲਾਂ ਲਿਖੀਆਂ ਗਈਆਂ ਨੇ। जी, जी, ਉਹਦੇ ਬਾਅਦ ਉੱਥੇ ਹਿੰਦੂਆਂ ਔਰ ਸਿੱਖਾਂ ਤੇ ਬਹੁਤ ਅਟੈਕ ਹੋਏ, ओके, ਕਈ 100 ਮਾਰੇ ਗਏ। जी, ਤੇ ਉਹਦੇ ਬਾਅਦ ਲਾਲਾ ਲਾਜਪਤ ਰਾਏ, ਜਿਹੜੇ ਕਿ ਲਾਹੌਰ ਦੇ ਬੜੇ ਵੱਡੇ ਆਰੀਆ ਸਮਾਜੀ ਲੀਡਰ ਸਨ, बिल्कुल जी, हाँ जी, ਉਹਨਾਂ ਨੇ ਕਿਹਾ ਕਿ ਇੰਡੀਆ ਦੀ ਪਾਰਟੀਸ਼ਨ ਹੋਣੀ ਚਾਹੀਦੀ ਹੈ, ਪੰਜਾਬ ਦੀ ਹੋਣੀ ਚਾਹੀਦੀ ਹੈ, ਤਾਂ ਕਿ ਮੁਸਲਮਾਨਾਂ ਨੂੰ ਔਰ ਹਿੰਦੂਆਂ ਨੂੰ ਅਲੱਗ ਕੀਤਾ ਜਾਏ ਇੱਕ ਦੂਸਰੇ ਤੋਂ। जी, ਤੇ ਇਹ ਬੈਕਗ੍ਰਾਉਂਡ ਇਸ ਤੋਂ ਪਹਿਲੇ ਦੀਆਂ ਨੇ, ਅੰਟਿਲ ਵੀ ਕਮ ਟੂ 1940 ਐਂਡ ਔਨਵਰਡਸ। ਅੱਗੇ ਹੁਣ ਤੁਸੀਂ ਗੱਲ ਕਰੋ। ਹਾਂਜੀ। ਤੇ ਇਸ ਤੋਂ ਵਿੱਚ ਇੱਕ ਹੋਰ ਇਨਸੀਡੈਂਟ ਬਹੁਤ ਮਸ਼ਹੂਰ ਹੋਇਆ ਸੀਗਾ। ਤੁਸੀਂ ਇੱਕ ਵਧੀਆ ਅੱਜ ਜਿਹੜਾ ਸਾਊਥ ਇੰਡੀਆ ਦਾ ਇੱਕ ਮਸਕਰ ਹੋਇਆ, ਉਹਦਾ ਜ਼ਿਕਰ ਕੀਤਾ ਹੈ। ਉਹਦੇ ਬਾਰੇ ਬਹੁਤ ਪੰਜਾਬ ਵਿੱਚ ਤਾਂ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਇਹ ਚੀਜ਼ਾਂ ਹੋਈਆਂ, ਜੀ, ਭਾਵੇਂ ਕਿ ਉਹ ਚੀਜ਼ਾਂ ਬਾਰੇ ਪੂਰੇ ਨਿੱਕੇ ਸਬੂਤ ਨਹੀਂ ਹੈ ਕਿ ਉਹ ਕਿਹਨਾਂ ਨੇ ਕੀਤੇ ਹੈਗੇ ਆ। ਪਰ ਅੱਜ ਦਾ ਬਿਲਕੁਲ। ਜੋ ਇੱਕ ਹਿੰਦੂ ਰਾਈਟ ਵਿੰਗ ਆ, ਉਸ ਨੂੰ ਇਸ ਤਰੀਕੇ ਨਾਲ ਪੇਸ਼ ਕਰਦਾ ਹੈ ਕਿ ਉਸ ਵੇਲੇ ਦੇ ਉੱਥੇ ਜਿਹੜੇ ਖਿਲਾਫਤ ਮੂਵਮੈਂਟ ਆ, ਉਹਦਾ
ਗਾਂਧੀ ਜੀ ਨੇ ਜਿੱਦਾਂ ਉਹ ਤੋਂ ਹਾਲਾਂਕਿ ਉਹਦਾ ਕੋਈ ਪ੍ਰੂਫ ਨਹੀਂ ਹੈ ਔਰ ਹਾਂਜੀ, ਉਹਦਾ ਕਾਂਗਰਸ ਕੋਈ ਨੇ ਜਦੋਂ ਕਿਹਾ ਜੀ, ਕਿ ਸਾਨੂੰ ਕਮੇਟੀ ਭੇਜਣ ਦਿਓ ਇਨਵੈਸਟੀਗੇਸ਼ਨ ਲਈ, ਦ ਬ੍ਰਿਟਿਸ਼ ਓਵਰ ਰੂਲਡ ਇਟ, ਯੂ ਕਾਂਟ ਗੋ। ਇਹ ਵੀ ਹੈ ਨਾ ਨਾਲ, ਇਹ ਵੀ ਔਨ ਜੀ, ਰਿਕਾਰਡ ਹੈ। ਜੀ, ਜੀ ਜੀ। ਤੇ ਉਸ ਤੋਂ ਬਾਅਦ ਜੇ ਆਪਾਂ ਹੋਰ ਅੱਗੇ ਥੋੜ੍ਹਾ ਜਿਹਾ ਵਧੀਏ 1920 ਤੋਂ ਅੱਗੇ ਜਾ ਕੇ, ਕਿ ਜਿਹੜਾ ਇੱਕ ਇਲਮੁਦੀਨ ਜੀ ਦਾ ਕੇਸ ਹੋਇਆ ਹੈ, ਤੇ ਹਾਂਜੀ ਉਹਦੇ ਤੋਂ ਬਾਅਦ ਕਿਉਂਕਿ ਉਸੇ ਕੇਸ ਦੇ ਵਿੱਚ ਫਿਰ ਪੰਜਾਬ ਦੇ ਵਿੱਚ ਐਂਟਰੀ ਹੁੰਦੀ ਹੈ ਮਿਸਟਰ ਜਿਨਾਹ ਦੀ, ਉਸੇ ਕੇਸ ਦੇ ਕਰਕੇ ਜਿਹੜੇ ਆਲਮਾ ਇਕਬਾਲ ਨੇਗੇ, ਉਹ ਪੰਜਾਬ ਦੇ ਵਿੱਚ ਬਾਰ-ਬਾਰ ਆਉਂਦੇ ਨੇ, ਇੱਕ ਪਿਕਚਰ 'ਚ ਵੱਡੀ ਪਿਕਚਰ 'ਚ ਆਉਣਾ ਸ਼ੁਰੂ ਹੋ ਜਾਂਦੇ ਨੇਗੇ। ਉਹਦੇ ਬਾਰੇ ਤੁਸੀਂ ਥੋੜ੍ਹਾ ਜਿਹਾ ਜ਼ਿਕਰ ਜ਼ਰੂਰ ਕਰ ਦਿਓ। ਜੀ, ਬਹੁਤ ਅੱਛਾ ਹੈ। ਅੱਜ ਪੰਜਾਬ ਦਾ ਪੂਰੀ ਇਹ ਬੈਕਗਰਾਉਂਡ ਲੋਕਾਂ ਨੂੰ ਸਮਝ ਆ ਜਾਏ ਤੇ ਬਹੁਤ ਵੱਡੀ ਸਰਵਿਸ ਹੋਏਗੀ। ਦੇਖੋ ਹੋਇਆ ਇਹ ਸੀ ਕਿ ਅੰਗਰੇਜ਼ਾਂ ਨੇ ਆਪਣੇ ਜ਼ਮਾਨੇ ਦੇ ਵਿੱਚ ਖੁਦ ਤੇ ਕ੍ਰਿਸਚੀਅਨਿਟੀ ਨੂੰ ਸਟੇਟ ਦੇ ਜ਼ਰੀਏ ਇੰਪੋਜ਼ ਨਹੀਂ ਕੀਤਾ ਲੋਕਾਂ ਤੇ, ਜੀ, ਇਹ ਨਹੀਂ ਕੀਤਾ ਉਹਨਾਂ ਨੇ। ਜੀ, ਲੇਕਿਨ ਜਦੋਂ ਅੰਗਰੇਜ਼ ਦੀ ਹਕੂਮਤ ਹੋਏਗੀ, ਇੱਕ ਕ੍ਰਿਸਚੀਅਨ ਪਾਵਰ ਦੀ ਹੋਏਗੀ, ਤੇ ਕਈ ਯੂਰਪ ਤੋਂ ਚਰਚ ਆ ਗਏ ਇੱਥੇ, ਕੈਥਲਿਕ ਜੀ, ਵੀ ਆ ਗਏ, ਪ੍ਰੋਟੈਸਟੈਂਟ ਚਰਚ ਕਈ ਕਿਸਮ ਦੇ ਹੁੰਦੇ ਨੇ, ਜੀ, ਐਂਗਲੀਕਨ, ਮੈਥੋਡਿਸਟ, ਸੈਵਨ ਡੇ ਪ੍ਰੈਸਬੀਟੇਰੀਅਨ, ਜੀ, ਇਹ ਸਾਰੇ ਕਈ ਆ ਗਏ ਇੱਥੇ ਜੀ, ਆਪਣੀ ਮਿਸ਼ਨਰੀ ਜੀ, ਜ਼ੀਲ ਲੈ ਕੇ। ਜੀ, ਜੀ, ਉਹਦੇ ਵਿੱਚ ਇੱਕ ਪ੍ਰੋਸੈਸ ਸ਼ੁਰੂ ਹੋਇਆ, ਉਹਨੂੰ ਕਹਿੰਦੇ ਨੇ ਮੁਨਾਜ਼ਰਾ, ਜੀ, ਪੋਲੇਮਿਕ। ਯਾਨੀ ਜੀ, ਤੁਸੀਂ ਆਪਣਾ ਪੁਆਇੰਟ ਆਫ View ਦਿਓ, ਮੈਂ ਆਪਣਾ ਦਿਆਂ। ਤੁਸੀਂ ਜੀ, ਸਿੱਖੀਜ਼ਮ ਦਾ ਦਿਓ, ਵਾਈ ਸਿੱਖੀਜ਼ਮ ਇਜ਼ ਬੈਟਰ, ਆਈ ਹੂੰ, ਗਿਵ ਵਾਈ ਇਸਲਾਮ ਇਜ਼ ਬੈਟਰ। ਹੂੰ, ਇਹ ਜਦੋਂ ਸ਼ੁਰੂ ਹੋਇਆ ਤੇ ਹੁੰਦਾ ਇਹ ਸੀ ਕਿ ਸ਼ਾਮ ਨੂੰ ਲੋਕ ਸ਼ਹਿਰਾਂ ਦੇ ਵਿੱਚ ਮਿਲਦੇ ਸਨ ਔਰ ਫਿਰ ਇਹਨਾਂ ਦੀ ਵੱਡੇ-ਵੱਡੇ ਸਕਾਲਰਸ ਦੀ ਬਹਿਸ ਸ਼ੁਰੂ ਹੁੰਦੀ ਸੀ। ਜੀ, ਵੈਸੇ ਤੇ ਲੱਗਦਾ ਹੈ ਇਹ ਫਰੀडम ਆਫ ਸਪੀਚ ਹੈਗੀ ਹੈ, ਫਰੀडम ਆਫ ਐਕਸਪ੍ਰੈਸ਼ਨ ਹੈ, ਲੇਕਿਨ ਇਹਨੂੰ ਤੁਸੀਂ ਦੇਖੋ ਇੱਕ ਇੰਪੀਰੀਅਲ ਪਾਵਰ ਦੇ ਰੋਲ ਦੇ ਵਿੱਚ, ਜੀ, ਕਿ ਜੇ ਹੁੰਦਾ ਇਹ ਸੀ ਕਿ ਕ੍ਰਿਸਚੀਅਨਿਟੀ ਨਾਲ ਝਗੜਾ ਤੇ ਹੀ ਕਿ ਨਾ, ਹੂੰ, ਕਿ ਉਹ ਇੱਥੇ ਲੋਕਾਂ ਨੂੰ ਕਨਵਰਟ ਕਰ ਰਹੇ ਨੇ, ਹੂੰ, ਲੇਕਿਨ ਇਹ ਵੀ ਨਾਲ-ਨਾਲ ਹੋਇਆ ਕਿ ਸਿੱਖਾਂ ਨੇ ਮੁਸਲਮਾਨਾਂ ਨਾਲ, ਮੁਸਲਮਾਨਾਂ ਨੇ ਹਿੰਦੂਆਂ ਨਾਲ ਝਗੜਾ ਵੀ ਸ਼ੁਰੂ ਕਰਤਾ ਜੀ, ਬਿਲਕੁਲ, ਔਰ ਮੁਸਲਮਾਨਾਂ 'ਚ ਵੀ ਝਗੜੇ ਸ਼ੁਰੂ ਹੋ ਗਏ ਹੂੰ, ਮੁਖਤਲਿਫ ਗਰੁੱਪਾਂ ਦੇ। ਜੀ, ਤੇ ਇਹ ਮੁਨਾਜ਼ਰਾ ਪੋਲਿਟਿਕਸ ਜਿਹੜੀ ਹੈ, ਆਈ ਥਿੰਕ ਨੀਡਸ ਟੂ ਬੀ ਸਟੱਡੀਡ ਇਨ ਗ੍ਰੇਟਰ ਡੈਪਥ। ਮੇਰੀ ਹੂੰ, ਜਿਨ੍ਹਾਂ ਵਾਲੀ ਕਿਤਾਬ ਤੁਹਾਡੇ ਕੋਲ ਹੈ, ਉਹਦੇ 'ਚ ਮੈਂ ਹਾਂਜੀ, ਇਹਦਾ ਬੈਕਗਰਾਉਂਡ ਦਿੱਤਾ ਹੈ, ਜੀ, ਜੀ, ਲੇਕਿਨ ਇਸ ਤੇ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ ਕਿ ਇਹਦਾ ਅਲਟੀਮੇਟ ਕੀ ਇਫੈਕਟ ਹੋਇਆ। ਜੀ, ਜੋ ਹੋਇਆ ਉਹ ਮੈਂ ਦੱਸ ਤੇ ਦਿੱਤਾ ਹੈ, ਹੂੰ, ਲੇਕਿਨ ਇਸ ਤੇ ਹੋਰ ਕੰਮ ਹੋਣਾ ਚਾਹੀਦਾ ਹੈ। ਜੀ, ਸਮਝ ਜੀ, ਗਏ ਤੁਸੀਂ? ਜੀ, ਜੀ, ਅੱਛਾ, ਲਿਹਾਜ਼ਾ ਕ੍ਰਿਸਚੀਅਨਿਟੀ ਸਟੇਟ ਦੇ ਜ਼ਰੀਏ ਨਹੀਂ ਫੈलाई ਗਈ, ਲੇਕਿਨ ਦ ਚਰਚਜ਼ ਵਰ ਐਨਕਰੇਜਡ ਟੂ ਗੋ ਐਂਡ ਪ੍ਰੀਚ ਕ੍ਰਿਸਚੀਅਨਿਟੀ। ਜੀ, ਔਰ ਜਦੋਂ ਤੱਕ ਦੇਖੋ ਦਲਿਤ ਬੈਕਗਰਾਉਂਡ ਦੇ ਗਰੀਬ ਕਿਸਮ ਦੇ ਹਿੰਦੂ ਕ੍ਰਿਸਚਨ ਹੁੰਦੇ ਰਹੇ ਜੀ, ਤੇ ਕੋਈ ਜ਼ਿਆਦਾ ਲੋਕਾਂ ਨੇ ਨੋਟਿਸ ਨਹੀਂ ਲਿਆ, ਲੇਕਿਨ ਜਦੋਂ ਅਪਰ ਕਾਸਟ ਹਿੰਦੂ, ਮੁਸਲਿਮ ਔਰ ਸਿੱਖ ਵੀ ਕ੍ਰਿਸਚਨ ਹੋਣੇ ਸ਼ੁਰੂ ਹੋ ਗਏ, ਜੀ, ਜੀ, ਤੇ ਵਕਤ ਪੈ ਗਿਆ ਕਿ ਸਾਡੀ ਕਮਿਊਨਿਟੀਜ਼ ਦਾ ਕੀ ਕੀਤਾ ਜਾਏਗਾ। ਜੀ, ਤੇ ਉਦੋਂ ਉਸ ਚੀਜ਼ ਨੂੰ ਹੈਂਡਲ ਕਰਨ ਲਈ ਹੂੰ, ਹਿੰਦੂਆਂ ਦੇ ਵਿੱਚ, ਮੁਸਲਮਾਨਾਂ ਦੇ ਵਿੱਚ, ਸਿੱਖਾਂ ਦੇ ਵਿੱਚ ਰਿਫਾਰਮ ਮੂਵਮੈਂਟ ਸ਼ੁਰੂ ਹੋ ਗਈਆਂ, ਜੀ, ਟੂ ਪ੍ਰੂਵ ਕਿ ਸਾਡਾ ਮਜ਼ਹਬ ਤੇ ਕਿਸੇ ਹੋਰ ਮਜ਼ਹਬ ਤੋਂ ਘੱਟ ਨਹੀਂ, ਬਲਕਿ ਅਸੀਂ ਤੇ ਸਭ ਤੋਂ ਜ਼ਿਆਦਾ ਮਾਡਰਨ ਔਰ ਰੈਸ਼ਨਲ ਮਜ਼ਹਬ ਹੈਗੇ ਆ। ਜੀ, हाँ, हिस्टोरिकली गलतियाँ हो गईयाँ, ये हो गया, वो हो गया, लेकिन एक्चुअली द बेस्ट इस्लाम, द बेस्ट सिखिज़्म, द बेस्ट हिंदुइज़्म इज़ द मोस्ट एडवांस्ड रिलीजन ऑफ द वर्ल्ड। ਜੀ, ਸਮਝ ਗਏ ਜੀ, ਤੁਸੀਂ? ਜੀ, ਜੀ, ਉਹਦੇ 'ਚ ਤੁਸੀਂ ਜ਼ਰਾ ਇੰਟਰਸਟਿੰਗ ਚੀਜ਼ਾਂ ਵੀ ਦੇਖ ਲਓ। ਜੀ, ਕਪੂਰਥਲਾ ਦੇ ਜਿਹੜੇ ਸਨ ਮਹਾਰਾਜ, ਹਾਂਜੀ, ਉਹ ਕ੍ਰਿਸਚਨ ਹੋ ਗਏ ਸਨ, ਹਾਂਜੀ, ਹਾਂਜੀ, ਉਹਨਾਂ ਦੇ ਬ੍ਰਦਰ ਹੋਏ ਸੀ ਲੇਕਿਨ ਸ਼ਾਇਦ, ਹਾਂਜੀ, ਉਹਨਾਂ ਦੇ ਬ੍ਰਦਰ ਹੋਏ ਸੀਗੇ ਸ਼ਾਇਦ, ਨਹੀਂ ਗੱਲ ਤੇ ਸੁਣੋ, ਜੀ, ਉਹ ਖੁਦ ਹੋਏ ਸਨ। ਓਕੇ, ਅੰਗਰੇਜ਼ਾਂ ਨੇ ਉਹਨਾਂ ਨੂੰ ਫੋਰਸ ਕੀਤਾ ਕਿ ਤੁਸੀਂ ਐਬਡੀਕੇਟ ਕਰੋ ਔਰ ਤੁਹਾਡਾ ਭਰਾ ਬਣੇ ਇਹ ਓਕੇ, ਮਹਾਰਾਜ। ਫਿਰ ਜੀ, 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 ਉਹ ਕਿਉਂ ਕੀਤਾ? ਕਿਉਂਕਿ ਉਹਨਾਂ ਨੂੰ ਇਹ ਡਰ ਹੋ ਗਿਆ ਸੀ ਕਿ ਜੇ ਇਹ ਸਿੱਖ ਸਟੇਟਸ ਔਰ ਇਹ ਓਪਨਲੀ ਕਨਵਰਟ ਹੁੰਦੇ ਨੇ ਤੇ ਕਿਤੇ ਬਗਾਵਤ ਨਾ ਹੋ ਜਾਏ। ਓਕੇ, ਸੋ ਦ ਬ੍ਰਿਟਿਸ਼ ਵਰ ਐਕਸਟ੍ਰੀਮਲੀ ਵੈਲ ਇਨਫੋਰਮਡ ਕਿ ਹੂੰ, ਹੂੰ, ਲੋਕਾਂ ਹੂੰ, 'ਚ ਉਹਦਾ ਰਿਐਕਸ਼ਨ ਕੀ ਹੋ ਰਿਹਾ ਹੈ। ਉਹਦੇ ਕੋਲੋਂ ਲੈ ਕੇ ਉਹਦੇ ਭਰਾ ਨੂੰ ਮਹਾਰਾਜ ਬਣਾ ਦਿੱਤਾ। ਕਿਆ ਬਾਤ ਹੈ, ਜੀ, ਕਮਾਲ ਹੋ ਗਿਆ ਨਾ ਜੀ। ਬਿਲकुल ਜੀ,
ਅੱਛਾ, ਮੁਸਲਮਾਨਾਂ ਦੇ ਵਿੱਚ ਆਰੀਆ ਸਮਾਜੀਆਂ ਨਾਲ ਇੱਕ ਕਨਫਲਿਕਟ ਸ਼ੁਰੂ ਹੋਇਆ। ਬੇਸਿਕਲੀ ਇਹਦੇ ਵਿੱਚ ਉਸ ਜ਼ਮਾਨੇ 'ਚ ਇੱਕ ਸੈਕਟ ਮੁਸਲਮਾਨਾਂ 'ਚ ਤਿਆਰ ਹੋਇਆ, ਜਿਹਨੂੰ ਅੱਜ-ਕੱਲ੍ਹ ਮੁਸਲਮਾਨਾਂ ਨੇ ਕਿਹਾ ਜੀ ਕਿ ਇਹ ਤੇ ਮੁਸਲਮਾਨ ਨਹੀਂ ਹੈਗੇ, ਉਹ ਅਹਿਮਦੀ ਹੈਗੇ ਨੇ। ਬਿਲਕੁਲ ਜੀ, ਹਾਂਜੀ। ਅਹਿਮਦੀਆਂ ਦੇ ਖਲੀਫਾ ਨੇ ਕਿਹਾ ਕਿ ਜੀ ਮੈਂ ਆਈ ਐਮ ਦ ਅਵੇਟਡ ਮਸਾਇਆ, ਯਾਨੀ ਪ੍ਰੋਫਿਟ। ਕ੍ਰਾਈਸਟ ਤੁਹਾਨੂੰ ਪਤਾ ਹੈ ਕ੍ਰਿਸਚੀਅਨਿਟੀ 'ਚ ਹੀ ਇਜ਼ ਗੋਇੰਗ ਟੂ ਕਮ ਬੈਕ, ਠੀਕ ਹੈ? ਓਕੇ ਜੀ, ਉਹਨਾਂ ਨੇ ਕਿਹਾ ਉਹੀ ਐਟਰੀਬਿਊਟ ਮੇਰੇ 'ਚ ਨੇ। ਜੀ। ਜੂਡਾਇਜ਼ਮ ਵਿੱਚ ਵੀ ਹੈ ਕਿ ਦ ਮਸਾਇਆ ਵਿਲ ਕਮ, ਯੈਸ, ਦ ਯੈਸ। ਅਵੇਟਡ ਮਸਾਇਆ। ਬਿਲਕੁਲ। ਮੁਸਲਮਾਨਾਂ ਵਿੱਚ ਖਾਸ ਤੌਰ ਤੇ ਸ਼ੀਆ ਗਰੁੱਪ ਵਿੱਚ, ਬਟ ਆਲਸੋ ਅਮੰਗ ਸੁੰਨੀ, ਇੱਕ ਯਕੀਨ ਹੈ ਕਿ ਐਟ ਦ ਐਂਡ ਆਫ ਟਾਈਮ ਇਮਾਮ ਮਹਿਦੀ ਵਾਪਸ ਆਣਗੇ। ਓਕੇ ਜੀ। ਉਹਨਾਂ ਨੇ ਕਿਹਾ ਮੈਂ ਇਮਾਮ ਮਹਿਦੀ ਵੀ ਹਾਂ, ਮੇਰੇ 'ਚ ਕ੍ਰਾਈਸਟ ਦੇ ਐਟਰੀਬਿਊਟਸ ਵੀ ਹਨ। ਨਾਲ-ਨਾਲ ਉਹਨਾਂ ਨੇ ਕਹਿਤਾ ਕਿ ਮੇਰੇ ਦੇ ਵਿੱਚ ਲਾਰਡ ਕ੍ਰਿਸ਼ਨਾ ਦੇ, ਆਈ ਐਮ ਆਲਸੋ ਦ ਲਾਰਡ ਕ੍ਰਿਸ਼ਨਾ, ਜੀ, 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 ਆਈ ਐਮ ਆਲਸੋ ਲਾਰਡ ਕ੍ਰਿਸ਼ਨਾ, ਜੀ, ਕਿਉਂਕਿ ਇੱਕ ਅਵਤਾਰ ਆਣਾ ਹੈ ਜੀ। ਕਲੀ ਯੁੱਗ ਦੇ ਮੌਕੇ ਤੇ, ਉਹ ਮੈਂ ਹੀ ਹਾਂ। ਓਕੇ। ਹੁਣ ਕ੍ਰਿਸਚੀਅਨਸ ਨੇ ਤਾਂ ਕੋਈ ਜ਼ਿਆਦਾ ਨੋਟਿਸ ਨਹੀਂ ਲਿਆ, ਜੀ। ਉਹਨਾਂ ਨਾਲ ਬਹਿਸਾਂ ਬੜੀਆਂ ਹੋਈਆਂ। ਹੂੰ, ਸਿੱਖਾਂ ਨੇ ਵੀ ਸ਼ਾਇਦ ਕੋਈ ਐਡਾ ਨੋਟਿਸ ਨਹੀਂ ਲਿਆ, ਲੇਕਿਨ ਮੁਸਲਮਾਨਾਂ 'ਚ ਇੱਕ ਝਗੜਾ ਪੈ ਗਿਆ, ਕਿਉਂਕਿ ਮਿਰਜ਼ਾ ਗੁਲਾਮ ਅਹਿਮਦ ਜਿਹੜੇ ਨੇ, ਉਹਨਾਂ ਦੀ ਵਜ੍ਹਾ ਨਾਲ ਕਈ ਮੁਸਲਮਾਨ ਫਿਰ ਉਹਨਾਂ ਦੇ ਨਾਲ ਹੋਣੇ ਸ਼ੁਰੂ ਹੋ ਗਏ ਨਾ, ਹੂੰ, ਤੇ ਜਿਹੜੇ ਬਾਕੀ ਮੁਸਲਮਾਨ ਨੇ ਖਾਸ ਤੌਰ ਤੇ ਸੁੰਨੀ ਐਂਡ ਹੂੰ। ਨਾਲ ਸ਼ੀਆ ਆਲਸੋ, ਜੀ, ਉਹਨਾਂ ਦਾ ਝਗੜਾ ਫਿਰ ਹੋ ਗਿਆ ਪੈਦਾ ਕਿ ਨਬੂਵਤ ਜਿਹੜੀ ਹੈ ਉਹ ਰਸੂਲ ਅੱਲਾਹ ਤੇ ਖਤਮ ਹੋ ਜਾਂਦੀ ਹੈ। देयर इज नो प्रॉफिट अवेटेड, ਹੂੰ, Mehdi is not a prophet, he is just some imam or whatever, लेकिन prophethood, ਹੂੰ। prophet कौन ਹੁੰਦਾ ਹੈ ਜਦ ਨਾਲ ਅੱਲਾਹ ਗੱਲ ਕਰਦਾ ਹੈ, ਜੀ, ਓਕੇ, ਉਹ ਜੀ, ਜੀ, ਖਤਮ ਹੋ ਚੁੱਕਿਆ ਵਿਦ ਮੁਹੰਮਦ, ਪ੍ਰੋਫਿਟ ਜੀ, ਮੁਹੰਮਦ। ਜੀ। ਲਿਹਾਜ਼ਾ ਮਿਰਜ਼ਾ ਸਾਹਿਬ ਦਾ ਇਹ ਕਲੇਮ ਜਿਹੜਾ ਹੈ ਤੇ ਇਸਲਾਮ ਦੇ ਖਿਲਾਫ ਹੈ। ਹੂੰ, ਮਗਰ ਝਗੜਾ ਆਰੀਆ ਸਮਾਜ ਦਾ ਔਰ ਅਹਿਮਦੀਆਂ ਦਾ ਇੰਜ ਹੋਇਆ ਕਿ ਇਹਨਾਂ ਨੇ ਜਦ ਕਿਹਾ ਕਿ ਜੀ, ਮੈਂ ਹੈਗਾ ਲਾਰਡ ਕ੍ਰਿਸ਼ਨਾ, ਤੇ ਜਿਹੜੇ ਸਨ ਆਰੀਆ ਸਮਾਜ ਨੇ ਕਿਹਾ ਯੂ ਆਰ ਨਾਟ ਦ ਲਾਰਡ ਕ੍ਰਿਸ਼ਨਾ। ਇਸ ਤੋਂ ਝਗੜਾ ਪੈਦਾ ਹੋਇਆ, ਜੀ, ਜੀ, ਠੀਕ ਹੈ? ਜੀ, ਜੀ। ਤੇ ਉਸ ਦੌਰਾਨ ਫਿਰ ਦੋਨੋਂ ਪਾਸੇ ਨੈਗੇਟਿਵ ਚੀਜ਼ਾਂ ਲਿਖਣੀ ਸ਼ੁਰੂ ਹੋ ਗਈਆਂ। ਹੂੰ, 1926 ਦੇ ਵਿੱਚ ਲਾਹੌਰ ਦੇ ਵਿੱਚ ਹੁੰਦੇ ਸਨ ਰਾਜਪਾਲ, ਹੀ ਵਾਸ ਅ ਪਬਲਿਸ਼ਰ, ਜੀ, ਆਰੀਆ ਸਮਾਜਿਸਟ। ਜੀ, ਜੀ, ਉਹਨਾਂ ਨੇ ਇੱਕ ਛੋਟੀ ਜਿਹੀ ਬੁਕਲੇਟ ਪਬਲਿਸ਼ ਕੀਤੀ, ਰੰਗੀਲਾ ਰਸੂਲ, ਜੀ, ਦ ਕਲਰਫੁਲ ਪ੍ਰੋਫਿਟ, ਜੀ, ਜੀ, ਜਿਹਦੇ ਜੀ, ਵਿੱਚ ਉਹਨਾਂ ਨੇ ਕਿਹਾ ਕਿ ਜੀ ਤੁਹਾਡੀ ਆਪਣੀ ਕਿਤਾਬਾਂ ਯਾਨੀ ਹਦੀਸ ਦੀ ਕਿਤਾਬਾਂ ਵਿੱਚੋਂ ਅਸੀਂ ਇਹ ਲੈ ਕੇ ਆਏ ਹਾਂ, ਜਿਹਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਗਈਆਂ ਉਹ ਹੋਲੀ ਪ੍ਰੋਫਿਟ ਨੂੰ ਇਨ ਅ ਨੈਗੇਟਿਵ, ਹੂੰ। ਕੀ ਕਹਿੰਦੇ ਨੇ, ਤਰੀਕੇ ਨਾਲ ਸਾਰੀਆਂ। ਸ਼ੋਅ ਕਰਦੀਆਂ ਨੇ, ਹੂੰ। ਸੈਕਸ਼ੁਅਲੀ ਸਪੀਕਿੰਗ। ਹਾਂਜੀ, ਜੀ, 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 ਦੈਟ ਹੀ ਵਾਸ ਅ ਵੂਮਨਾਈਜ਼ਰ, ਜਾਂ ਮਤਲਬ ਇਸ ਕਿਸਮ ਦੀ ਗੱਲਾਂ ਸਨ। ਜੀ, ਉਹਦਾ ਫਿਰ ਜ਼ਾਹਿਰ ਹੈ ਮੁਸਲਮਾਨਾਂ ਦੇ ਵਿੱਚ, ਲਾਹੌਰ ਦੇ ਵਿੱਚ ਬੜਾ ਵੱਡਾ ਰਿਐਕਸ਼ਨ ਹੋਇਆ, ਜੀ, ਔਰ 1927 ਚ ਫਿਰ ਇਹਨੂੰ ਇਸ ਤੇ ਕੇਸ ਵੀ ਚੱਲਿਆ, ਜੀ, ਔਰ ਇਨੀਸ਼ੀਅਲੀ ਦ ਲੋਅਰ ਕੋਰਟ ਪਾਸਡ ਅ ਜਜਮੈਂਟ ਔਨ ਹਿਮ ਕਿ ਪਤਾ ਨਹੀਂ 6 ਮਹੀਨੇ ਲਈ ਜਾਂ ਕਿੰਨੀ ਦੇਰ ਲਈ ਹੀ ਵਿਲ ਬੀ sentenced to punishment in ਜੀ, in jail, ਜੀ, ਔਰ ਪਤਾ ਨਹੀਂ 1500 ਰੁਪਇਆ ਕੀ ਕਹਿੰਦੇ ਨੇ, ਫਾਈਨ। ਉਹ ਹਾਂ ਉਹੀ 1500 ਦੀ ਪੈਨਲਟੀ ਵੀ ਜੀ, ਦੇਣੀ ਪਏਗੀ। ਜੀ, ਜੀ, ਉਹ ਜਦੋਂ ਉਹਨੇ ਪੇ ਕਰਤਾ, ਵਾਪਸ ਆਇਆ, ਤੇ ਉਹਨਾਂ ਦੇ ਬੇਟੇ ਨਾਲ ਮੇਰੀ ਗੱਲ ਹੋਈ, ਡੀਐਨ ਮਲਹੋਤਰਾ ਨਾਲ। ਓਕੇ ਜੀ, ਉਹਨਾਂ ਦੇ ਮੇਰੀ ਬੇਟੇ ਦਾ। ਮੇਰੀ ਪੰਜਾਬ ਵਾਲੀ ਕਿਤਾਬ ਵਿੱਚ ਉਹਨਾਂ ਦਾ ਇੰਟਰਵਿਊ ਹੈਗਾ, ਤੁਸੀਂ ਦੇਖ ਲੈਣਾ। ਦੇਖਿਆ ਜੀ, ਮੈਂ ਦੇਖਿਆ, ਪੜ੍ਹਿਆ। ਹਾਂਜੀ, ਉਹਨਾਂ ਨੇ ਕਿਹਾ ਕਿ ਉਦੋਂ ਮੈਂ 6 ਸਾਲ ਦਾ ਸਾਂ ਜੋ ਮੇਰੇ ਫਾਦਰ ਮਾਰੇ ਗਏ, ਹੂੰ, ਲੇਕਿਨ ਗੱਲ ਇਹ ਵੇ ਕਿ ਬਾਅਦ ਵਿੱਚ ਮੁਸਲਮਾਨਾਂ ਦੀ ਔਰ ਮੇਰੇ ਵਾਲਿਦ ਸਾਹਿਬ ਦੀ ਅੰਡਰਸਟੈਂਡਿੰਗ ਹੋ ਗਈ ਸੀ। ਜੀ, ਉਹਨਾਂ ਨੇ ਮਾਫੀ ਮੰਗ ਲਈ ਸੀ ਕਿ ਠੀਕ ਹੈ, ਗਲਤੀ ਹੋ ਗਈ ਹੈ, ਅਸੀਂ ਇਸ ਪੰਫਲੇਟ ਨੂੰ ਰਿਮੂਵ ਕਰ ਦਿੰਦੇ ਹਾਂ। ਜੀ, ਲੇਕਿਨ ਹੁਣ ਇਹ ਇੱਕ ਬਹੁਤ ਵੱਡੀ ਮਿਸਟਰੀ ਹੈ ਕਿ ਵਾਈ ਦੈਨ ਇਨ 1929 ਹੂੰ, somebody went and killed him। ਜੀ, ਉਹਦੇ ਦਫ਼ਤਰ ਵਿੱਚ ਜਾ ਕੇ ਇੱਕ ਬੰਦਾ ਉੱਥੋਂ ਫੜਿਆ ਗਿਆ, ਉਹਦਾ ਨਾਮ ਹੈ ਇਲਮਦੀਨ। ਜੀ,
ਔਰ ਪੁਲਿਸ ਨੇ ਜਦੋਂ ਉਹਨੂੰ ਫੜਿਆ ਤੇ ਉਹਦੇ ਹੱਥ 'ਚ ਛੁਰੀ ਵੀ ਫੜ ਲਈ ਇਹ ਵੋ ਕਿਹਾ ਜਾਂਦਾ ਹੈ ਕਿ ਉਹਨੇ ਉਸ ਬੰਦੇ ਨੂੰ ਜਾ ਕੇ ਕਤਲ ਕਰਤਾ। ਜੀ, ਇਹ ਵੈਸੇ ਇਟ ਇਜ਼ ਵਨ ਆਫ ਦ ਮਿਸਟਰੀਜ਼ which is still not solved ਕਿ ਐਕਚੁਅਲੀ ਉਹਦੇ ਪਿੱਛੇ ਕੌਣ ਲੋਕ ਸਨ। ਜੀ, ਮਗਰ ਖੈਰ ਰਾਜਪਾਲ ਵਾਸ ਕਿਲਡ, ਉਹਦੇ ਖਿਲਾਫ ਜਿਹੜੇ ਬਿਆਨ ਲੋਕਾਂ ਨੇ ਦਿੱਤਾ ਉਹਨਾਂ ਨੇ ਕਿਹਾ ਨਹੀਂ ਜੀ ਅਸੀਂ ਬੰਦੇ ਨੂੰ ਦੇਖਿਆ। ਹੂੰ, ਲੇਕਿਨ ਰਾਜਪਾਲ ਨੇ ਅਖੀਰ ਤੱਕ ਕਿਹਾ ਕਿ ਮੈਂ ਨਹੀਂ ਕੀਤਾ, ਹੂੰ, ਮੈਂ ਉੱਥੇ ਮੈਨੂੰ ਲੈ ਗਏ ਸਨ ਇਤਫਾਕਨ, ਮਗਰ ਆਈ ਹੈਵ ਨਾਟ ਡਨ ਇਟ। ਸੋ ਹੀ ਨੈਵਰ ਅੰਟਿਲ ਹੀ ਵਾਸ ਹੈਂਗਡ ਐਕਸੈਪਟਡ ਕਿ ਉਹਨੇ ਰਾਜਪਾਲ ਦਾ ਮਰਡਰ ਕੀਤਾ ਹੈ। ਜੀ, ਜੀ, ਅਲਬੱਤਾ ਹੋਇਆ ਇਹ ਕਿ ਇਹਨੂੰ ਜਦ ਸਜ਼ਾਏ ਮੌਤ ਹੋ ਗਈ ਨਾ, ਜੀ, ਤੇ ਫਿਰ ਪੰਜਾਬ ਦੇ ਮੁਸਲਮਾਨਾਂ ਨੇ ਪੈਸੇ ਇਕੱਠੇ ਕਰਕੇ, ਜਿਹਦੇ ਚ ਅਲਾਮਾ ਇਕਬਾਲ ਦਾ ਬਹੁਤ ਰੋਲ ਸੀ, ਜੀ, ਜੀ, ਉਹਨਾਂ ਨੇ ਐਡਵਾਈਸ ਕੀਤਾ ਕਿ ਤੁਸੀਂ ਜਿਨਾਹ ਸਾਹਿਬ ਨੂੰ ਬੁਲਾਓ, ਹੂੰ, ਉਹ ਬਹੁਤ ਵੱਡੇ ਵਕੀਲ ਨੇ, ਜੀ, ਉਹ ਕੇਸ ਲੜਨ। ਜੀ, ਫਿਰ ਜਿਨਾਹ ਸਾਹਿਬ ਆਏ, ਜੀ, ਜਿਨਾਹ ਸਾਹਿਬ ਨੇ ਜਿਹੜੀ ਫੀਸ ਉਹਨਾਂ ਦੀ ਹੁੰਦੀ ਹੈ, ਜਿਹੜੇ ਹੋਟਲ ਵਿੱਚ ਰਹਿਣਾ ਪਸੰਦ ਕਰਦੇ ਨੇ, ਉਹ ਸਾਰੀ ਡਿਮਾਂਡਸ ਉਹਨਾਂ ਨੇ ਕੀਤੀਆਂ ਔਰ ਉਹਨਾਂ ਨੂੰ ਮਿਲੀਆਂ। ਅੱਛਾ, ਡਿਮਾਂਡ ਰੱਖੀਆਂ ਉਹਨਾਂ ਨੇ ਪਹਿਲਾਂ। ਉਹ ਹਮੇਸ਼ਾ ਉਹਨਾਂ ਦੀ ਡਿਮਾਂਡ ਹੁੰਦੀ ਸੀ, ਜੀ, ਕੋਈ ਵੀ ਉਹਨਾਂ ਦੀ ਸਰਵਿਸਿਜ਼ ਲੈ ਸਕਦਾ ਹੈ ਇਫ ਯੂ ਜੀ, ਪੇ ਹਿਸ ਫੀ। ਜੀ, ਉਹ ਜੀ, ਪ੍ਰੋਫੈਸ਼ਨਲ ਉਹਨਾਂ ਦੀ ਪੋਜੀਸ਼ਨ ਸੀ ਨਾ, ਹੀ ਸਹੀ, ਕੇਮ ਸਹੀ, ਟੂ ਪਲੀਡ ਅ ਕੇਸ। ਇਹ ਤੇ ਬਾਅਦ ਦੀ ਸਟੋਰੀਆਂ ਬਣ ਜਾਂਦੀਆਂ ਨੇ ਨਾ, ਜੀ, 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 ਲੇਕਿਨ ਰਿਕਾਰਡ ਦੇ ਮੁਤਾਬਿਕ ਹੀ ਗॉट ਪੇਡ ਫॉर ਹਿਸ ਸਰਵਿਸਿਜ਼। ਜੀ, ਔਰ ਉਹਨਾਂ ਨੂੰ ਲਾਹੌਰ ਦੇ ਬੈਸਟ ਹੋਟਲ ਫਲੈਟੀਜ਼ ਵਿੱਚ ਰੱਖਿਆ ਵੀ ਗਿਆ। ਹੂੰ, ਦ ਸਿਟੀਜ਼ਨਸ ਆਫ ਲਾਹੌਰ, ਮੁਸਲਿਮ ਲਾਹੌਰ, ਉਹਨਾਂ ਨੂੰ ਸਾਰੀ ਕਾਸਟ ਜਿਹੜੀਆਂ ਨੇ ਨਾ, ਉਹਨਾਂ ਨੇ ਬਰਦਾਸ਼ਤ ਕੀਤੀਆਂ। ਜੀ, ਜੀ, ਉਹ ਜਜਮੈਂਟ ਵੀ ਸ਼ੋ ਕਰਦੀ ਹੈ ਕਿ ਜਿਨ੍ਹਾਂ ਸਾਹਿਬ ਨੇ ਸਭ ਤੋਂ ਪਹਿਲੇ ਤੇ ਉਹਨਾਂ ਦੀ ਪਲੀ ਫਿਰ ਇਹ ਲਈ ਉਹਨਾਂ ਨੇ, ਦੇਖੋ ਜੀ, ਜਦੋਂ ਲੋਅਰ ਕੋਰਟ ਤੋਂ ਕੇਸ ਆ ਜਾਂਦਾ ਹੈ ਨਾ ਹੂੰ, ਹਾਈ ਕੋਰਟ ਵਿੱਚ, ਜੀ, ਤੇ ਫਿਰ ਦੁਬਾਰਾ ਕੇਸ ਓਪਨ ਨਹੀਂ ਹੁੰਦਾ। ਹੂੰ, ਤੁਸੀਂ ਲੋਅਰ ਕੋਰਟ ਦੀ ਜਜਮੈਂਟ ਨੂੰ ਕੁਐਸਚਨ ਕਰ ਸਕਦੇ ਹੋ। ਹੂੰ, ਲਿਹਾਜ਼ਾ ਜਿਨ੍ਹਾਂ ਸਾਹਿਬ ਨੇ ਜਿਹੜੀ ਉੱਥੇ ਪੋਜੀਸ਼ਨ ਲਈ ਕਿ ਇਹ ਇੱਕ ਨੌਜਵਾਨ ਸੀ ਜਿਹਨੂੰ ਪਤਾ ਲੱਗਾ ਕਿ ਉਹਦੇ ਰਸੂਲ ਦੇ ਇੱਜ਼ਤ ਦੇ ਖਿਲਾਫ, ਉਹਨਾਂ ਦੀ ਰਿਸਪੈਕਟ ਦੇ ਖਿਲਾਫ ਇੰਨਾ ਕੁਝ ਬੋਲਿਆ ਗਿਆ ਹੈ, ਤੇ ਉਹਨੇ ਜੋਸ਼ ਵਿੱਚ ਆ ਕੇ ਕਤਲ ਕਰਤਾ ਹੈ। ਜੀ, ਲਿਹਾਜ਼ਾ ਇਹਨਾਂ ਦੀ ਹੀ ਇਜ਼ ਅ ਯੰਗ ਮੈਨ, ਮਹਿਲ 18-19 ਸਾਲ ਉਹਦੀ ਉਮਰ ਸੀ ਜਾਂ ਇਸ ਤੋਂ ਵੀ ਛੋਟੀ, ਮੈਨੂੰ ਨਹੀਂ ਪਤਾ। ਜੀ, ਤੁਸੀਂ ਇਸ ਨੂੰ ਸਜ਼ਾਏ ਮੌਤ ਨਾ ਦਿਓ, ਕਮਿਊਟ ਕਰ ਦਿਓ ਟੂ ਅ ਲੋਅਰ ਸੈਂਟੈਂਸ ਇਨ ਜੇਲ। ਹੂੰ, ਲੇਕਿਨ ਹਾਈ ਕੋਰਟ ਨੇ ਉਹ ਅਪੀਲ ਰਿਜੈਕਟ ਕਰਤੀ ਹੂੰ, ਐਂਡ ਇਲਮਦੀਨ ਵਾਸ ਹੈਂਗਡ ਇਨ ਮੀਆਂਵਾਲੀ ਜੇਲ ਇਨ ਅਕਤੂਬਰ 1929। ਜੀ, ਜੀ, ਜਿਸ ਦੇ ਉੱਤੇ ਕਿ ਜਦੋਂ ਉਹਦੀ ਬੋਡੀ ਲਿਆਈ ਗਈ ਲਾਹੌਰ, ਜੀ, ਤੇ ਕਿਹਾ ਜਾਂਦਾ ਹੈ ਅਲਾਮਾ ਇਕਬਾਲ ਨੇ ਉਦੋਂ ਹੀ ਕਿਹਾ ਸੀ ਕਿ ਦੇਖੋ, ਜਿਹੜਾ ਇੱਕ ਤਰਖਾਨਾ ਦਾ ਮੁੰਡਾ ਉਹ ਕੰਮ ਕਰ ਗਿਆ ਜਿਹੜਾ ਅਸੀਂ ਨਹੀਂ ਕਰ ਸਕੇ। ਓਕੇ, ਉਹ ਤਰਖਾਨਾ ਦਾ ਮੁੰਡਾ ਸੀ ਨਾ ਇਲਮਦੀਨ, ਜੀ, ਔਰ ਉੱਥੇ ਜਿਹੜੀ ਨਮਾਜ਼ ਜਨਾਜ਼ਾ ਹੈ ਉਹ ਉਸ ਜ਼ਮਾਨੇ ਦੇ ਬੜੇ ਕੀ ਕਹਿੰਦੇ ਨੇ ਰੈਬਲ ਰਾਊਜ਼ਰ ਹੂੰ, ਮੁਸਲਿਮ ਸਪੀਕਰ ਹੁੰਦੇ ਸਨ, ਮੌਲਾਨਾ ਜ਼ਫਰ ਅਲੀ ਖਾਨ, ਉਹਨਾਂ ਨੇ ਉਹਨਾਂ ਦੀ ਨਮਾਜ਼ ਜਨਾਜ਼ਾ ਪੜ੍ਹਾਈ। ਜੀ, ਲਿਹਾਜ਼ਾ ਉਸ ਦਿਨ ਦੇ ਬਾਅਦ ਉਹਨਾਂ ਨੇ ਬੜਾ ਕੋਈ ਸ਼ਹੀਦ ਦਾ ਮਤਲਬ ਹੈ ਹੀ ਲਿਵਸ ਫॉरएवर, ਉਹਦਾ ਜੀ, ਜੀ, ਮਜ਼ਾਰ ਬਣਾਤਾ, ਉਹਦੀ ਬੜੀ ਪੋਜੀਸ਼ਨ ਦਾ। ਲੇਕਿਨ ਇਸ ਦੌਰਾਨ ਲਾਹੌਰ ਦੇ ਔਰ ਪੰਜਾਬ ਦੇ ਮੁਸਲਮਾਨਾਂ ਔਰ ਹਿੰਦੂਆਂ ਦੇ ਰਿਲੇਸ਼ਨਸ ਬਹੁਤ ਭੈੜੇ ਹੋ ਗਏ ਕੁਝ ਜੀ, ਦੇਰ ਜੀ, ਲਈ। ਫਿਰ ਦੁਬਾਰਾ ਤੁਸੀਂ ਕਹਿ ਸਕਦੇ ਹੋ ਪੋਲਿਟਿਕਸ ਸ਼ੁਰੂ ਹੁੰਦੀਆਂ ਗਈਆਂ ਔਰ ਨਾਰਮੈਲਿਟੀ। ਇੱਕ ਗੱਲ ਜਿਹੜੀ ਅਸੀਂ ਇਹ ਸਾਰੇ ਦੌਰਾਨ ਨਹੀਂ ਕੀਤੀ ਕਿ 1923 ਦੇ ਬਾਅਦ ਜੀ, ਪੰਜਾਬ ਵਿੱਚ ਜਿਹੜੀ ਪਾਰਟੀ ਰੂਲ ਕਰਦੀ ਰਹੀ ਜੀ, ਉਹ ਸੀ ਪੰਜਾਬ ਯੂਨੀਅਨਿਸਟ ਪਾਰਟੀ। ਬਿਲਕੁਲ ਜੀ, ਹਾਂਜੀ, ਸਾਂਝੀ ਪਾਰਟੀ ਸੀ ਉਹਨਾਂ ਪੰਜਾਬ ਦੀ। ਯੂਨੀਅਨਿਸਟ, ਇਹਦਾ ਜ਼ਿਕਰ ਜ਼ਰੂਰ ਹੈ ਪੰਜਾਬ ਦੇ ਵਿੱਚ। ਪੰਜਾਬ ਯੂਨੀਅਨਿਸਟ ਪਾਰਟੀ ਇੱਕ ਇੰਟਰ ਕਮਿਊਨਲ ਪਾਰਟੀ ਸੀ ਜੀ, ਜਿਹਦੇ 'ਚ ਖਾਸ ਤੌਰ ਤੇ ਮੁਸਲਮਾਨ ਔਰ ਹਿੰਦੂ ਸਨ ਜੀ, ਔਰ ਸਿੱਖਾਂ ਦੀ ਇਹਨਾਂ ਨੂੰ ਸਪੋਰਟ ਸੀ। ਜੀ, ਲਿਹਾਜ਼ਾ ਇਹ ਮਿਲ ਕੇ ਪੰਜਾਬ ਦਾ ਪੋਲਿਟਿਕਸ ਕਰਦੇ ਹੁੰਦੇ ਸਨ। ਜੀ, ਜੀ, ਇਹਨੂੰ ਐਸਟੈਬਲਿਸ਼ ਕੀਤਾ ਸੀ ਸਰ ਫਜ਼ਲੇ ਹੁਸੈਨ ਨੇ, ਜੀ, ਔਰ ਸਰ ਫਜ਼ਲੇ ਹੁਸੈਨ ਦੀ ਡੈਥ ਹੋ ਗਈ 1936 ਚ। ਜੀ, ਜੀ, ਪੰਜਾਬ ਦਾ ਪਹਿਲਾ ਇਲੈਕਸ਼ਨ 1937 ਵਿੱਚ ਹੋਇਆ ਜਿਹੜਾ ਕਿ ਸਰ ਸਿਕੰਦਰ ਹਯਾਤ ਦੀ ਲੀਡਰਸ਼ਿਪ ਵਿੱਚ ਹੋਇਆ। ਜੀ, ਜੀ,
ਸਰ ਸਿਕੰਦਰ ਦੀ ਡੈਥ ਹੋਈ ਦਸੰਬਰ 1942 ਵਿੱਚ, ਔਰ ਉਹਦੇ ਬਾਅਦ ਸਰ ਖਿਜ਼ਰ ਯਾਰ ਟਿਵਾਣਾ ਇਹਦੇ ਪੰਜਾਬ ਯੂਨੀਅਨਿਸਟ ਪਾਰਟੀ ਦੇ ਪ੍ਰੈਜ਼ੀਡੈਂਟ ਬਣੇ। ਜੀ ਇਹਦੀ ਸਪੋਰਟ ਬੇਸਿਕਲੀ ਰੂਰਲ ਬੈਕਗ੍ਰਾਉਂਡ ਦੇ ਲੋਕਾਂ ਦੀ ਸੀ, ਜ਼ਿਮੀਂਦਾਰਾਂ ਦੀ ਔਰ ਪੈਜ਼ੈਂਟਸ ਦੀ। ਜੀ ਮੁਸਲਮਾਨ ਵੈਸਟ ਪੰਜਾਬ ਦੇ ਔਰ ਹਿੰਦੂ ਅੰਬਾਲਾ ਡਿਸਟ੍ਰਿਕਟ, ਅੰਬਾਲਾ ਡਿਵੀਜ਼ਨ ਕਹਿਣਾ ਜੀ ਚਾਹੀਦਾ ਹੈ, ਜੀ ਉਹਦੇ ਚ ਕਈ ਡਿਸਟ੍ਰਿਕਟਸ ਹਨ ਨਾ, ਉੱਥੋਂ ਦੇ ਹਿੰਦੂ ਕਿਸਾਨ ਜਾਟ, ਮੌਜੂਦਾ ਹਰਿਆਣਾ ਉਹਨਾਂ ਦੇ ਲੀਡਰ ਹਾਂ ਸਰ ਛੋਟੂ ਰਾਮ ਔਰ ਸਰ ਸਿਕੰਦਰ ਹਯਾਤ ਵਰ ਟੁਗੇਦਰ ਇਨ ਦਿਸ ਪਾਰਟੀ। ਜੀ ਜੀ ਪਹਿਲੇ ਸਰ ਫਜ਼ਲੇ ਹੁਸੈਨ ਨਾਲ, ਮਗਰ ਉਦੋਂ ਤੱਕ ਇਲੈਕਸ਼ਨ ਨਹੀਂ ਸਨ ਹੋਏ, ਇਲੈਕਸ਼ਨ ਦੇ ਬਾਅਦ ਸਰ ਸਿਕੰਦਰ ਹਯਾਤ ਦੇ ਨਾਲ, ਠੀਕ ਜੀ ਹੈ। ਜੀ ਔਰ ਸਿੱਖਾਂ ਦੀ ਇੱਕ ਪਾਰਟੀ ਸੀ ਸਿੱਖ ਨੈਸ਼ਨਲਿਸਟ ਪਾਰਟੀ, ਜਿਹੜੀ ਸੁੰਦਰ ਸਿੰਘ ਮਜੀਠੀਆ ਜਿਹੜੇ ਸਨ ਉਹਨਾਂ ਨੇ ਐਸਟੈਬਲਿਸ਼ ਕੀਤੀ ਸੀ। ਜੀ ਇਹ ਮਿਲ ਕੇ ਪੰਜਾਬ ਯੂਨੀਅਨਿਸਟ ਪਾਰਟੀ ਔਰ ਸਿੱਖ ਨੈਸ਼ਨਲਿਸਟ ਪਾਰਟੀ ਇਹ ਮਿਲ ਕੇ ਪੂਰੇ ਪੰਜਾਬ ਨੂੰ ਪੋਲੀਟੀਕਲੀ ਹਾਰਮੋਨੀਅਸਲੀ ਰੂਲ ਕਰਦੇ ਸਨ। ਜੀ ਕਾਂਗਰਸ ਨੇ ਬਹੁਤ ਕੋਸ਼ਿਸ਼ ਕੀਤੀ ਇੱਥੇ ਫੁੱਟਹੋਲਡ ਗੇਨ ਕਰਨ ਦੀ, ਹੂੰ ਲੇਕਿਨ ਉਹਨੂੰ ਚਾਂਸ ਨਹੀਂ ਸੀ ਮਿਲਦਾ ਬਿਕੋਜ਼ ਪੰਜਾਬ ਯੂਨੀਅਨਿਸਟ ਪਾਰਟੀ ਵਾਸ ਸੋ ਪਪੂਲਰ। ਹੂੰ ਔਰ ਅਲਬੱਤਾ ਇੱਕ ਚੀਜ਼ ਵੈਰੀ ਇੰਟਰਸਟਿੰਗ ਕਿ ਪੰਜਾਬ ਦੇ ਜਿਹੜੇ ਅਰਬਨ ਹਿੰਦੂ ਸਨ, ਜੀ ਅਰਬਨ ਹਿੰਦੂ, ਸ਼ਹਿਰਾਂ ਦੇ ਹਿੰਦੂ, ਜੀ ਜਿਹੜੇ ਕਿ ਮਨੀ ਲੈਂਡਰ ਸਨ, ਜੀ ਬੈਂਕਰ ਸਨ, ਬਿਜ਼ਨਸਮੈਨ ਸਨ, ਜੀ ਉਹ ਕਾਂਗਰਸ ਸਨ। ਔਰ ਕੁਝ ਨੈਸ਼ਨਲਿਸਟ ਹਿੰਦੂ ਜਿਹੜੇ ਜੀ। ਕਿ ਖਿਲਾਫਤ ਮੂਵਮੈਂਟ ਦੇ ਵਿੱਚ ਮੁਸਲਮਾਨਾਂ ਦੇ ਨਾਲ ਵੀ ਆਏ ਸਨ, ਦੋ ਵਿੰਗ ਸਨ ਕਾਂਗਰਸ ਦੇ। ਜੀ 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 ਮੁਹੰਮਦ ਅਲੀ ਜਿਨਾਹ ਨੇ ਬੜੀ ਕੋਸ਼ਿਸ਼ ਕੀਤੀ ਕਿ ਉਹ ਪੰਜਾਬ ਦੇ ਵਿੱਚ ਆਪਣੀ ਪੋਜੀਸ਼ਨ ਨੂੰ ਵਧਾ ਸਕਣ, ਹੂੰ ਲੇਕਿਨ 1937 ਤੱਕ ਉਹਨਾਂ ਨੂੰ ਚਾਂਸ ਨਹੀਂ ਮਿਲਿਆ। ਹੂੰ ਜੀ 1937 ਚ ਕੀ ਹੋਇਆ ਉਹ ਤੁਸੀਂ ਸਵਾਲ ਕਰੋਗੇ ਤੇ ਅਸੀਂ ਅੱਗੇ ਵਧਾਂਗੇ।